ਜਦੋਂ ਤੁਸੀਂ ਆਪਣੇ ਕੰਮ ਨੂੰ ਕਰਨ ਵਾਸਤੇ ਸਜਗ ਹੋ ਜਾਂਦੇ ਹੋ, ਪਰਫੈਕਟ ਹੋ ਜਾਂਦੇ ਹੋ, ਉਸ ਦੇ ਪ੍ਰਤੀ ਕੰਮ ਦੇ ਪ੍ਰਤੀ ਬਿਲਕੁਲ ਲਾਲਾਇਤ ਹੋ ਜਾਂਦੇ ਹੋ, ਉਸ ਦੇ ਪ੍ਰਤੀ ਤੁਹਾਡੀ ਆਸਥਾ, ਨਿਸ਼ਠਾ, ਵਿਸ਼ਵਾਸ ਜਿਹੜਾ ਹੈ ਉਹ ਬਣ ਜਾਂਦਾ ਹੈ, ਆਪਣੇ ਆਪ ਨੂੰ ਤਿਆਰ ਕਰ ਲੈਂਦੇ ਹੋ। ਅਤੇ ਸਾਡੀ ਟ੍ਰੇਡ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਇਸ ਚੀਜ਼ ਦੀ ਜਾਣਕਾਰੀ ਲੈਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕਿਹੜੇ ਕਿਹੜੇ ਟੂਲਸ, ਇੰਸਟਰੂਮੈਂਟ ਅਤੇ ਰਾ ਮਟੀਰੀਅਲ ਸਾਡੇ ਇਸ ਟ੍ਰੇਡ ਦੇ ਵਿੱਚ ਇਸਤੇਮਾਲ ਹੁੰਦੇ ਹੈ। ਇਸ ਦੇ ਵਿੱਚ ਉਹ ਟੂਲ ਦੇ ਨਾਲ ਨਾਲ ਕੁਝ ਐਸੇ ਟੂਲ ਵੀ ਹੈ ਜਿਹੜੇ ਬਾਕੀ ਟ੍ਰੇਡਾਂ ਤੋਂ ਬਿਲਕੁਲ ਵੱਖ ਹੈ, ਬਿਲਕੁਲ ਅਲੱਗ ਹੈ, ਜਿਨ੍ਹਾਂ ਬਾਰੇ ਜਾਣਕਾਰੀ ਲੈਣੀ ਬਹੁਤ ਹੀ ਜ਼ਰੂਰੀ ਹੈ। ਹਰ ਉਹਨਾਂ ਉੱਤੇ ਵੀ ਸਾਨੂੰ ਜਿਹੜਾ ਕੰਮ ਹੈ ਉਹ ਪੂਰੀ ਤਰ੍ਹਾਂ ਕੰਸਨਟਰੇਟ ਹੋ ਕੇ ਕਰਨਾ ਪਏਗਾ, ਜਾਣਨਾ ਹੋਏਗਾ, ਹਰ ਉਸ ਨੂੰ ਸਮਝਣਾ ਹੋਏਗਾ। ਟੂਲਸ, ਇੰਸਟਰੂਮੈਂਟ ਐਂਡ ਰਾ ਮਟੀਰੀਅਲ, ਇਹ ਤਿੰਨਾਂ ਦੇ ਵਿੱਚ ਕੀ ਕੀ ਅੰਤਰ ਹੈ, ਕੀ ਕੀ ਫਰਕ ਹੈ, ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ। ਟੂਲਸ ਮੀਨਸ ਔਜ਼ਾਰ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਹਾਂ। ਇੰਸਟਰੂਮੈਂਟ ਮੀਨਸ ਜਿਸ ਦੇ ਨਾਲ ਅਸੀਂ ਕਿਸੇ ਵੀ ਚੀਜ਼ ਨੂੰ ਮੈਜ਼ਰ ਕਰ ਸਕੀਏ, ਮਾਪ ਸਕੀਏ। ਜਿਵੇਂ ਲਿਕੁਇਡ ਨੂੰ ਨਾਪਣ ਵਾਸਤੇ ਅਸੀਂ ਲੀਟਰ ਦਾ ਇਸਤੇਮਾਲ ਕਰਦੇ ਹਾਂ, ਸੀਸੀ ਦਾ ਇਸਤੇਮਾਲ ਕਰਦੇ ਹਾਂ। ਸੋਲਿਡ ਸਟੇਟ ਨੂੰ ਅਸੀਂ ਕਿਲੋਗ੍ਰਾਮ ਦਾ ਇਸਤੇਮਾਲ ਕਰਦੇ ਹਾਂ। ਉਸੇ ਤਰੀਕੇ ਨਾਲ ਅਸੀਂ ਗੈਸਿਸ ਨੂੰ ਮੈਜ਼ਰ ਕਰਨ ਵਾਸਤੇ ਪਾਊਂਡਸ ਪਰ ਸਕੁਏਅਰ ਇੰਚ ਦਾ ਇਸਤੇਮਾਲ ਕਰਦੇ ਹਾਂ, ਕਿਲੋਗ੍ਰਾਮ ਪਰ ਸੈਂਟੀਮੀਟਰ ਸਕੁਏਅਰ ਦਾ ਇਸਤੇਮਾਲ ਕਰਦੇ ਹਾਂ। ਉਸੇ ਤਰੀਕੇ ਨਾਲ ਜਿਹੜਾ ਟੂਲ ਹੈ ਉਹ ਔਜ਼ਾਰ ਹੈ, ਜਿਹੜਾ ਇੰਸਟਰੂਮੈਂਟ ਹੈ ਜਿਹੜਾ ਕਿਸੇ ਚੀਜ਼ ਨੂੰ ਮੈਜ਼ਰ ਕਰਦਾ ਹੋਵੇ, ਨਾਪਦਾ ਹੋਵੇ। ਇੱਕ ਚੀਜ਼ ਇੱਥੇ ਸਾਰੇ ਟੂਲਾਂ ਦੇ ਬਾਰੇ ਦੱਸਣ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹਾਂਗਾ ਕਿ ਜਿੰਨੇ ਵੀ ਟੂਲ ਹੈ ਉਸ ਦੇ ਵਿੱਚੋਂ ਲਗਭਗ 55% 60% ਦੇ ਕਰੀਬ ਜਿਹੜੇ ਟੂਲ ਹੈ ਉਹਨਾਂ ਦਾ ਜਿਹੜਾ ਮੇਨ ਕੰਮ ਹੈ ਦੈਟ ਵਨ ਇਜ਼ ਓਨਲੀ ਟਾਈਟਨ ਐਂਡ ਲੂਜ਼ਨ ਦਾ ਸਕਰੂ, ਨਟ, ਬੋਲਟ। ਸਕਰੂ ਡਰਾਈਵਰ ਵੀ ਕਿਸੇ ਚੀਜ਼ ਨੂੰ, ਕਿਸੇ ਸਕਰੂ ਨੂੰ ਖੋਲ੍ਹਣ ਦਾ ਜਾਂ ਟਾਈਟ ਕਰਨ ਦਾ ਹੀ ਕੰਮ ਜਿਹੜਾ ਹੈ ਉਹ ਕਰਦਾ ਹੈ। ਉਸ ਦੇ ਵਿੱਚ ਇਹ ਅਲੱਗ ਗੱਲ ਹੈ ਕਿ ਉਹ ਜਿਹੜਾ ਸਕਰੂ ਹੈ ਉਹ ਸਟਾਰ ਟਾਈਪ ਵੀ ਹੋ ਸਕਦਾ ਹੈ, ਫਲੈਟ ਟਾਈਪ ਵੀ ਹੋ ਸਕਦਾ ਹੈ। ਉਸ ਤੋਂ ਬਾਅਦ ਕੰਬੀਨੇਸ਼ਨ ਪਲਾਇਰ। ਕੰਬੀਨ ਮੈਨੇ ਦੋ ਚੀਜ਼ਾਂ ਦਾ ਜੋੜ, ਜਿਹੜਾ ਕਿ ਬਿਲਕੁਲ ਉਸ ਦੇ ਵਿੱਚ ਫਲੈਕਸੀਬਲ ਹੈ, ਘੁੰਮਦਾ ਹੈ। ਕੰਬੀਨੇਸ਼ਨ ਪਲਾਇਰ ਦੇ ਵਿੱਚ ਸਾਡੀਆਂ 3-4 ਚੀਜ਼ਾਂ ਇਕੱਠੀਆਂ ਹੀ ਹੁੰਦੀਆਂ, ਜਿਸ ਦੇ ਵਿੱਚ ਅਸੀਂ ਕਿਸੇ ਚੀਜ਼ ਨੂੰ ਪਕੜਨ ਦਾ ਕੰਮ ਵੀ ਕਰ ਸਕਦੇ ਹਾਂ, ਜਿਸ ਦੇ ਵਿੱਚ ਵਾਇਰ ਨੂੰ ਕਟਿੰਗ ਦਾ ਕੰਮ ਵੀ ਕਰ ਸਕਦੇ ਹਾਂ, ਜਿਸ ਦੇ ਵਿੱਚ ਅਸੀਂ ਕੋਈ ਵੀ ਚੀਜ਼ ਨੂੰ ਪਲੱਗ ਕਰਨ ਦਾ ਕੰਮ ਵੀ ਜਿਹੜਾ ਈਜ਼ੀਲੀ ਕਰ ਸਕਦੇ ਹਾਂ। ਵਾਇਰ ਕਟਰ ਹੈ, ਇਹਨੂੰ ਵੀ ਅਸੀਂ ਵਾਇਰ ਕਟਰ ਪਲਾਇਰ ਵੀ ਕਹਿ ਸਕਦੇ ਹਾਂ। ਪੈਰਟ ਪਲਾਇਰ ਵੀ ਹੈ, ਇਸ ਦੀ ਚੁੰਝ ਵਰਗੀ ਜਿਹੜੀ ਹੈ ਨੋਕ ਹੁੰਦੀ ਹੈ। ਉਸ ਤੋਂ ਇਲਾਵਾ ਨੋਜ਼ ਪਲਾਇਰ ਹੈ। ਅਗਰ ਕੋਈ ਚੀਜ਼ ਡੈਪਥ ਦੇ ਵਿੱਚ ਗਿਰ ਗਈ ਹੈ ਜਾਂ ਕੋਈ ਚੀਜ਼ ਡੈਪਥ ਦੇ ਵਿੱਚੋਂ ਅਸੀਂ ਪਲੱਗ ਕਰਨੀ ਹੈ, ਪਕੜਨੀ ਹੈ, ਅਤੇ ਅਸੀਂ ਇੱਦਾਂ ਦੇ ਮੌਕੇ ਦੇ ਉੱਤੇ ਨੋਜ਼ ਪਲਾਇਰ ਦਾ ਇਸਤੇਮਾਲ ਕਰਦੇ ਹਾਂ। ਇੰਸੂਲੇਟਿੰਗ ਕਟਰ ਪਲਾਇਰ, ਆਮ ਤੌਰ 'ਤੇ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਬਾਕੀ ਪਲਾਇਰ ਹੈ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਅਸੀਂ ਉਸ ਦੇ ਨਾਲ ਕੋਈ ਤਾਰ ਕੱਟਦੇ ਹਾਂ ਜਾਂ ਕਿਸੇ ਚੀਜ਼ ਨੂੰ ਕੱਟਣਾ ਚਾਹੁੰਦੇ ਹਾਂ, ਕਈ ਵਾਰ ਤਾਰ ਨੂੰ ਵੀ ਕੱਟ ਦਿੰਦਾ ਹੈ। ਲੇਕਿਨ ਇੰਸੂਲੇਸ਼ਨ ਕਟਰ ਪਲਾਇਰ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਓਨਲੀ ਐਂਡ ਓਨਲੀ ਉੱਪਰਲਾ ਜਿਹੜਾ ਇੰਸੂਲੇਸ਼ਨ ਹੈ ਉਸ ਨੂੰ ਹੀ ਕਟਿੰਗ ਕਰੇਗਾ, ਉਸ ਨੂੰ ਹੀ ਲਾਏਗਾ, ਤਾਂ ਕਿ ਸਾਡੇ ਜਿਹੜੇ ਕਨੈਕਟਰ ਹੈ ਉਹ ਪੂਰੀ ਤਰ੍ਹਾਂ ਠੀਕ ਰਹਿਣ, ਸੁਰੱਖਿਅਤ ਰਹਿਣ। ਉਸ ਤੋਂ ਇਲਾਵਾ ਡੀ ਸਪੈਨਰ ਸੈੱਟ, ਆਮ ਤੌਰ 'ਤੇ ਤੁਸੀਂ ਜਿਹਨੂੰ ਕਹਿ ਦਿੰਦੇ ਹੋ ਚਾਬੀ। ਅਤੇ ਮੈਂ ਦੱਸਣਾ ਚਾਹਾਂਗਾ ਕਿ ਡੀ ਸਪੈਨਰ ਸੈੱਟ, ਇਸ ਦੇ ਬਾਰੇ ਕੋਈ ਬੰਦਾ ਅਗਰ ਕਹੇ ਕਿ 12-13 ਦੀ ਚਾਬੀ ਲਿਆਓ, 15-16 ਦੀ ਚਾਬੀ ਲਿਆਓ, ਅਤੇ ਵਟ ਇਜ਼ ਦਾ ਐਕਚੁਅਲੀ ਐਗਜ਼ੈਕਟ ਮੀਨਿੰਗ ਆਫ 12-13, 14-15 ਜਾਂ 6-7। ਜਿਹੜੀ 12-13 ਹੈ ਜਾਂ 14-15 ਹੈ, ਦੈਟ ਵਨ ਇਜ਼ ਦਾ ਇੰਟਰਨਲੀ ਸਾਈਜ਼ ਆਫ that key, that one is in the millimeter, mm, that one is in the size of mm। 12
ਮਿਲੀਮੀਟਰ 13 ਮਿਲੀਮੀਟਰ ਇਹ ਉਸ ਸਾਈਜ਼ ਨਾਲ ਜੁੜੀ ਹੋਈ ਚੀਜ਼ ਹੈ। ਉਸ ਤੋਂ ਬਾਅਦ ਸਾਡਾ ਆ ਗਿਆ ਰਿੰਗ ਸਪੈਨਰ ਸੈੱਟ, ਜਿਹੜਾ ਰਿੰਗ ਟਾਈਪ ਦੇ ਵਿੱਚ ਹੈ, ਦੈਟ ਵਨ ਇਜ਼ ਰਿੰਗ ਸਪੈਨਰ ਸੈੱਟ। ਅਸੀਂ ਉਸ ਦੇ ਵਿੱਚ ਵੀ ਉਹੀ ਚਾਬੀ ਜਿਹੜੀ ਹੈਗੀ ਹੈ ਕਿ ਇੰਨੇ ਨੰਬਰ ਦਾ ਰਿੰਗ ਸਪੈਨਰ ਸੈੱਟ ਚਾਹੀਦਾ ਹੈ ਜਾਂ ਇੰਨੇ ਨੰਬਰ ਦਾ ਚਾਹੀਦਾ ਹੈ, ਅਤੇ ਜਿਸ ਦੇ ਵਿੱਚ ਇੰਚਜ਼ ਦੇ ਵਿੱਚ ਲਿਖਿਆ ਹੋਵੇ, ਜਿੱਦਾਂ 1/4 ਲਿਖਿਆ ਹੋਇਆ ਹੈ, 5/16 ਲਿਖਿਆ ਹੋਇਆ ਹੈ, 3/8 ਲਿਖਿਆ ਹੋਇਆ ਹੈ, ਉਹ ਜਿਹੜਾ ਸਾਈਜ਼ ਹੈ 3/8 ਮੀਨਸ ਕਿ ਦੈਟ ਵਨ ਇਜ਼ ਇਨ ਦਾ ਇੰਚਜ਼ ਸਾਈਜ਼। 3/8 ਦਾ ਮਤਲਬ ਹੈ 3 ਇੰਚ ਦਾ 8ਵਾਂ ਹਿੱਸਾ। ਉਸ ਤੋਂ ਇਲਾਵਾ ਬਾਕਸ ਸਪੈਨਰ ਸੈੱਟ, ਜਿਹਨੂੰ ਅਸੀਂ ਗੋਟੀ ਵੀ ਕਹਿ ਦਿੰਦੇ ਹਾਂ, ਬਾਕਸ ਸਪੈਨਰ ਸੈੱਟ ਜਿਹੜੀਆਂ ਹੈਗੀਆਂ ਇਹ ਵੀ ਉਸੇ ਤਰੀਕੇ ਨਾਲ ਸਾਈਜ਼ ਹੈ। ਡਿਫਰੈਂਟ ਜਿਹੜੀਆਂ ਬਾਕਸ ਹੈ ਗੋਟੀਆਂ ਹੈ ਉਹ ਬਣੀਆਂ ਹੋਈਆਂ। ਸਲਾਈਡ ਰਿੰਚ, ਸਲਾਈਡ ਮੈਨੇ ਕਿਸੇ ਚੀਜ਼ ਨੂੰ ਮੂਵ ਕਰਨਾ, ਸਲਾਈਡ ਕਰਨਾ, ਅੱਗੇ ਪਿੱਛੇ ਕਰਨਾ, ਸਲਾਈਡ ਕਰਨਾ, ਘੁਮਾਉਣਾ, ਅੱਗੇ ਪਿੱਛੇ ਲੈ ਕੇ ਜਾਣਾ। ਇਸ ਦਾ ਦੂਸਰਾ ਨਾਂ ਐਡਜਸਟੇਬਲ ਰਿੰਚ ਵੀ ਇਹਨੂੰ ਅਸੀਂ ਕਹਿ ਸਕਦੇ ਹਾਂ। ਇਸ ਨੂੰ ਅਸੀਂ ਸਕਰੂ ਰਿੰਚ ਵੀ ਕਹਿੰਦੇ ਹਾਂ। ਪਾਈਪ ਰਿੰਚ, ਜਿਹਦੇ ਰਾਹੀਂ ਅਸੀਂ ਪਾਈਪ ਨੂੰ ਖੋਲ੍ਹ ਸਕੀਏ। ਪਾਈਪ ਰਿੰਚ ਦੇ ਵਿੱਚ ਉਸ ਦੇ ਵਿੱਚ ਬਕਾਇਦਾ ਦੰਦੇ ਬਣੇ ਹੁੰਦੇ ਹੈ ਤਾਂ ਕਿ ਉਹ ਕਿਸੇ ਵੀ ਪਲੇਨ ਪਾਈਪ ਨੂੰ ਪਕੜਨ ਵਾਸਤੇ ਸਮਰਥ ਹੋਣ, ਤਾਂ ਕਿ ਉਹ ਘੁੰਮ ਨਾ ਸਕੇ, ਉਹ ਰਾਊਂਡ ਸ਼ੇਪ ਦੇ ਵਿੱਚ ਆ ਕੇ ਕਿਤੇ ਟਵਿਸਟ ਨਾ ਕਰ ਜਾਵੇ। ਇਸ ਕਰਕੇ ਅਸੀਂ ਪਾਈਪ ਰਿੰਚ ਦਾ ਓਨਲੀ ਜਿਹੜੀਆਂ ਪਲੇਨ ਪਾਈਪਸ ਹੈ ਉਹਨਾਂ ਨੂੰ ਖੋਲ੍ਹਣ ਵਾਸਤੇ ਉਸ ਦਾ ਇਸਤੇਮਾਲ ਕਰਦੇ ਹਾਂ। ਟਾਰਕ ਰਿੰਚ, ਟਾਰਕ ਰਿੰਚ ਬੇਸਿਕਲੀ ਅਸੀਂ ਬਾਕਸ ਸਪੈਨਰ ਸੈੱਟ ਨਾਲ ਵੀ ਇਸਤੇਮਾਲ ਕਰ ਸਕਦੇ ਹਾਂ। ਅਸੀਂ ਇਸ ਦਾ ਜਿਹੜਾ ਇਸਤੇਮਾਲ ਹੈ ਉਹ ਸਹੀ ਪ੍ਰੈਸ਼ਰ ਕਿੰਨਾ ਅਸੀਂ ਲਾਗੂ ਕਰ ਰਹੇ ਹਾਂ ਕਿਸੇ ਨਟ 'ਤੇ, ਕਿਸੇ ਬੋਲਟ 'ਤੇ, ਇਹ ਉਸ ਦੇ ਵਾਸਤੇ ਟਾਰਕ ਰਿੰਚ ਦਾ ਇਸਤੇਮਾਲ ਹੁੰਦਾ ਹੈ। ਇਸ ਤਰੀਕੇ ਨਾਲ ਇਹਨੂੰ ਸਮਝ ਲਿਆ ਜਾਏ ਕਿ ਮੰਨ ਲਓ ਕਿ ਸਾਡੇ ਕਿਸੇ ਕੰਪਰੈਸਰ ਦੇ 8, 10 ਜਾਂ 12 ਬੋਲਟ ਹੈ ਜਾਂ ਨਟ ਹੈ, ਅਤੇ ਅਸੀਂ ਉਹਨਾਂ ਨੂੰ ਟਾਈਟ ਕਰਨਾ ਹੈ, ਅਤੇ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਵੀ ਕਿਆ ਹਰ ਬੋਲਟ ਦੇ ਉੱਤੇ ਐਗਜ਼ੈਕਟ ਪ੍ਰੈਸ਼ਰ ਅਪਲਾਈ ਹੋਇਆ ਕਿ ਨਹੀਂ ਹੋਇਆ, ਐਗਜ਼ੈਕਟ ਪ੍ਰੈਸ਼ਰ ਪਿਆ ਕਿ ਨਹੀਂ ਪਿਆ। ਅਤੇ ਉਸ ਚੀਜ਼ ਨੂੰ ਜਿਹੜੀ ਚੀਜ਼ ਇੰਡੀਕੇਟ ਕਰਦੀ ਹੋਵੇ, ਦੱਸਦੀ ਹੋਵੇ ਉਸ ਮੀਟਰ ਨੂੰ, ਉਸ ਗੇਜ ਨੂੰ, ਦੈਟ ਵਨ ਇਜ਼ ਟਾਰਕ ਰਿੰਚ। ਉਸ ਤੋਂ ਇਲਾਵਾ ਐਲਨ ਕੀ ਸੈੱਟ, ਜਿਹੜੇ ਐਲਨਸ ਕੀ ਬੋਲਟ ਹੈ ਅਸੀਂ ਉਹਨਾਂ ਨੂੰ ਟਾਈਟ ਜਾਂ ਖੋਲ੍ਹਣ ਦਾ ਜਿਹੜਾ ਕੰਮ ਹੈ ਉਹ ਅਸੀਂ ਐਲਨਸ ਕੀ ਦੇ ਦੁਆਰਾ ਕਰਦੇ ਹਾਂ। ਇਹ ਡਿਫਰੈਂਟ ਜਿਵੇਂ ਚਾਬੀਆਂ ਡਿਫਰੈਂਟ ਸਾਈਜ਼ ਦੀਆਂ ਆਉਂਦੀਆਂ ਹੈ, ਚਾਹੇ ਉਹ ਡੀ ਸਪੈਨਰ ਸੈੱਟ ਹੈ, ਚਾਹੇ ਰਿੰਗ ਸਪੈਨਰ ਸੈੱਟ ਹੈ, ਚਾਹੇ ਬਾਕਸ ਸਪੈਨਰ ਸੈੱਟ ਹੈ, ਇਸ ਦੇ ਵਿੱਚ ਡਿਫਰੈਂਟ ਸਾਈਜ਼ ਦੀਆਂ ਕੀਜ਼ ਹੈ। ਉਸ ਤੋਂ ਇਲਾਵਾ ਰੈਚਟ ਰਿੰਚ, ਜਿਹੜੇ ਰੈਚਟ ਰਿੰਚ ਹੈ ਉਸ ਦਾ ਮੇਨ ਕੰਮ ਹੈ ਕਿ ਅਗਰ ਅਸੀਂ ਕਿਸੇ ਬੋਲਟ ਨੂੰ ਟਾਈਟ ਕਰਨਾ ਚਾਹੀਏ ਅਤੇ ਉਹਨੂੰ ਟਾਈਟ ਕਰ ਸਕੀਏ, ਉਹ ਸਿਰਫ ਟਾਈਟ ਕਰਨ ਦਾ ਹੀ ਕੰਮ ਕਰੇਗਾ, ਅਤੇ ਅਗਰ ਉਹਨੂੰ ਖੋਲ੍ਹਣਾ ਚਾਹੀਏ ਤਾਂ ਉਹ ਸਿਰਫ ਖੋਲ੍ਹਣ ਦਾ ਹੀ ਕੰਮ ਕਰੇਗਾ। ਇਸ ਟਾਈਪ ਦੇ ਸਕਰੂ ਡਰਾਈਵਰਾਂ ਦੇ ਵਿੱਚ ਵੀ ਰੈਚਟ ਟਾਈਪ ਸਕਰੂ ਡਰਾਈਵਰ ਵੀ ਆਉਂਦੇ ਹੈ, ਰੈਚਟ ਟਾਈਪ ਕੀਜ਼ ਵੀ ਆਉਂਦੀਆਂ ਹੈ, ਰੈਚਟ ਟਾਈਪ ਬਾਕਸ ਸਪੈਨਰ ਸੈੱਟ ਵੀ ਆਉਂਦੇ ਹੈ। ਸੋ ਇਸ ਤਰੀਕੇ ਨਾਲ ਨੈਕਸਟ ਵਨ ਇਜ਼ ਵਾਲਵ ਕੀ। ਵਾਲਵ ਮੈਨੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਾਲਵ ਹੈ ਉਸ ਦੀਆਂ ਅਲੱਗ ਤਰ੍ਹਾਂ ਦੀਆਂ ਕੀਜ਼ ਹੈ। ਅਗਰ ਮੰਨ ਲਓ ਅਸੀਂ ਸਰਵਿਸ ਵਾਲਵ ਖੋਲ੍ਹਣੇ ਹੈ ਉਸ ਦੇ ਵਾਸਤੇ ਅਸੀਂ ਵਾਲਵ ਕੀ ਦਾ, ਇਹ ਰੈਚਟ ਟਾਈਪ ਦੇ ਵਿੱਚ ਵੀ ਆਉਂਦੀ ਹੈ। ਜੇ ਅਸੀਂ ਐਂਟੀ ਕਲੋਕਵਾਈਜ਼ ਕੰਮ ਕਰਨਾ ਚਾਹੀਏ ਤਾਂ ਉਸੇ ਪਾਸੇ ਨੂੰ ਹੀ ਉਹ ਸਿਰਫ ਕੰਮ ਕਰਦੀ ਰਹੇਗੀ। ਅਗਰ ਕਲੋਕਵਾਈਜ਼ ਕੰਮ ਕਰਨਾ ਚਾਹੀਏ ਤਾਂ ਉਹ ਕਲੋਕਵਾਈਜ਼ ਹੀ ਸਿਰਫ ਕੰਮ ਕਰੇਗੀ। ਬਸ ਉਸ ਦੇ ਵਿੱਚ ਉਸ ਦਾ ਜਿਹੜਾ ਲੌਕ ਹੈ, ਉਸ ਦੀ ਡਾਇਰੈਕਸ਼ਨਸ ਹੈ ਉਹ ਤੁਹਾਨੂੰ ਆਪਣੀ ਉਸ ਕੀਜ਼ ਦੇ ਮੁਤਾਬਿਕ ਕਰਨੀ ਪਏਗੀ, ਤਾਂ ਕਿ ਜੇ ਤੁਸੀਂ ਖੋਲ੍ਹਣਾ ਚਾਹੁੰਦੇ ਹੋ ਅਤੇ ਉਸ ਲੌਕ ਨੂੰ ਖੋਲ੍ਹਣ ਵਾਲੇ ਪਾਸੇ ਰੱਖੋਗੇ ਅਤੇ ਇਹ ਸਿਰਫ ਖੋਲ੍ਹਣ ਦਾ ਹੀ ਕੰਮ ਕਰੇਗਾ। ਇਹ ਜਦੋਂ ਦੂਜੇ ਪਾਸੇ ਨੂੰ ਲੈ ਕੇ ਜਾਵਾਂਗੇ ਅਤੇ ਇਹ ਉੱਥੇ ਬਿਲਕੁਲ ਵੀ ਟਾਈਟ ਕਰਨ ਦਾ ਕੰਮ ਨਹੀਂ ਕਰੇਗਾ। ਉਸ ਤੋਂ ਇਲਾਵਾ ਫਾਈਲ ਮੈਨੇ ਰੇਤੀ, ਜਿਸ ਤਰੀਕੇ ਨਾਲ ਮੈਂ ਸਕਰੂ ਡਰਾਈਵਰ ਦੇ ਬਾਰੇ ਗੱਲ ਕੀਤੀ ਹੈ ਜਾਂ ਪਲਾਇਰ ਬਾਰੇ ਗੱਲ ਕੀਤੀ ਹੈ, ਉਸੇ ਤਰੀਕੇ ਨਾਲ ਜਿਹੜੀਆਂ ਰੇਤੀਆਂ ਹੈ ਇਹ ਵੀ ਬਹੁਤ ਕੁਆਂਟਿਟੀ ਦੇ ਵਿੱਚ ਸਾਡੇ ਕੋਲ ਬਹੁਤ ਕੈਟਾਗਰੀਜ਼ ਦੇ ਵਿੱਚ ਪਾਈਆਂ ਜਾਂਦੀਆਂ, ਜਿਵੇਂ ਚਾਹੇ ਉਹਦੇ 'ਚ ਫਲੈਟ ਫਾਈਲ ਹੋਵੇ, ਹਾਫ ਰਾਊਂਡ ਫਾਈਲ ਹੋਵੇ, ਟ੍ਰਾਇੰਗੂਲਰ ਫਾਈਲ ਹੋਵੇ, ਰਾਊਂਡ ਫਾਈਲ ਹੋਵੇ,
ਬਾਸਟਰਡ ਫਾਈਲ ਹੋਵੇ, ਫਾਈਨ ਫਾਈਲ ਹੋਵੇ। ਇਸ ਤਰੀਕੇ ਨਾਲ ਇਹ ਜਿਹੜੀਆਂ ਰੇਤੀਆਂ ਹੈ ਉਹ ਸਾਡੇ ਇਸ ਸਿਸਟਮ ਦੇ ਵਿੱਚ ਅਲੱਗ-ਅਲੱਗ ਕੈਟਾਗਰੀਜ਼ ਦੀਆਂ ਸਮੇਂ ਦੀ ਜਾਂ ਟ੍ਰੇਡ ਦੀ ਜਾਂ ਜੋਬ ਦੀ ਲੋੜ ਦੇ ਅਨੁਸਾਰ ਇਸਤੇਮਾਲ ਹੁੰਦੀ ਹੈ। ਨੈਕਸਟ ਵਨ ਇਜ਼ ਹੈਮਰ, ਹਥੌੜਾ, ਜਿਸ ਨੂੰ ਆਪਾਂ ਕਹੇ ਬਾਲ ਪੈਨ ਹੈਮਰ ਵੀ ਹੋ ਸਕਦਾ ਹੈ, ਪਲੇਨ ਹੈਮਰ ਵੀ ਹੋ ਸਕਦਾ ਹੈ। ਇਸ ਦੇ ਵਿੱਚ ਈਵਨ ਦੈਨ ਵੁਡਨ ਹੈਮਰ ਵੀ ਹੋ ਸਕਦਾ ਹੈ, ਪਲਾਸਟਿਕ ਹੈਮਰ ਵੀ ਹੋ ਸਕਦਾ ਹੈ। ਕਿਹੜੇ ਹੈਮਰ ਦੀ ਕਿੱਥੇ ਕਿੱਥੇ ਜ਼ਰੂਰਤ ਹੈ, ਜਿਵੇਂ ਕਿ ਮੰਨ ਲਓ ਅਸੀਂ ਕੋਈ ਵਾਈਂਡਿੰਗ ਨੂੰ ਅਗਰ ਥੋੜ੍ਹਾ ਕਰਨਾ ਹੈ ਤਾਂ ਅਸੀਂ ਪਲਾਸਟਿਕ ਹੈਮਰ ਦਾ ਜਾਂ ਵੁਡਨ ਹੈਮਰ ਦਾ ਇਸਤੇਮਾਲ ਕਰਦੇ ਹਾਂ, ਤਾਂ ਕਿ ਉਸ ਟਾਈਪ ਦੇ ਵਾਈਂਡਿੰਗ ਦੇ ਉੱਤੇ ਕਿਸੇ ਤਰ੍ਹਾਂ ਦਾ ਸਕਰੈਚ ਨਾ ਪਵੇ, ਉਸ ਦੇ ਜਿਹੜੇ ਇੰਸੂਲੇਸ਼ਨ, ਜਿਹੜਾ ਕੋਟਡ ਇੰਸੂਲੇਸ਼ਨ ਹੈ ਉਸ ਦੇ ਉੱਤੇ ਕੋਈ ਵੀ ਇਸ ਚੀਜ਼ ਦਾ ਪ੍ਰਭਾਵ ਨਾ ਹੋਵੇ। ਸੋ ਇਹ ਹੈਮਰ ਦਾ ਜਿਹੜਾ ਮੇਨ ਕੰਮ ਹੈ। ਉਸ ਤੋਂ ਬਾਅਦ ਹੈਕਸਾ ਫਰੇਮ, ਜਿਸ ਦੇ ਵਿੱਚ ਅਸੀਂ ਹੈਕਸਾ ਬਲੇਡ ਨੂੰ ਲਗਾਉਂਦੇ ਹਾਂ। ਇਹ ਹੈਕਸਾ ਫਰੇਮ ਵੀ ਕਈ ਸਾਈਜ਼ਸ ਦੇ ਵਿੱਚ ਆਉਂਦਾ ਹੈ। ਮੋਸਟ ਪ੍ਰੋਬਲੀ ਮੇਨ ਤਾਂ ਆਪਾਂ ਇੱਕ ਇਸਤੇਮਾਲ ਕਰਦੇ ਹੀ ਹਾਂ, ਬਟ ਅਗਰ ਅਸੀਂ ਛੋਟਾ ਸਾਈਜ਼ ਵੀ ਲੈਣਾ ਹੋਵੇ ਤਾਂ ਉਸ ਦੇ ਵਿੱਚ ਵੀ ਇਹ ਪ੍ਰੋਵਾਈਡ ਹੈ, ਜਿਸ ਦੇ ਰਾਹੀਂ ਅਸੀਂ ਕਿਸੇ ਵੀ ਮੈਟਲ ਪੀਸ ਨੂੰ ਮੈਨੂਅਲੀ ਤੌਰ ਦੇ ਉੱਤੇ ਕੱਟ ਸਕਦੇ ਹਾਂ। ਮਸ਼ੀਨੀ ਤੌਰ ਦੇ ਉੱਤੇ ਹੈਕਸਾ ਮਸ਼ੀਨ ਵੀ ਆਉਂਦੀ ਹੈ, ਉਸ ਦੇ ਰਾਹੀਂ ਵੀ ਅਸੀਂ ਇਸ ਹੈਕਸੇ ਦਾ ਇਸਤੇਮਾਲ ਕਰ ਸਕਦੇ ਹਾਂ। ਚੀਜ਼ਲ ਮੀਨਸ ਜਿਹਨੂੰ ਆਪਾਂ ਕਹਿੰਦੇ ਹਾਂ ਛੈਣੀ, ਜਿਸ ਦੇ ਰਾਹੀਂ ਅਸੀਂ ਕਿਸੇ ਵੀ ਜਗ੍ਹਾ ਦੀ ਝਰੀ ਮਾਰ ਸਕਦੇ ਹਾਂ, ਕਿਸੇ ਮੈਟਲ ਨੂੰ ਖੁਰਚ ਸਕਦੇ ਹਾਂ। ਦੈਟ ਵਨ ਇਜ਼ ਦਾ ਵਰਕਿੰਗ ਆਫ ਚੀਜ਼ਲ। ਸੈਂਟਰ ਪੰਚ ਕੋਈ ਐਸੀ ਕਿਸੇ ਵੀ ਮੈਟਲ ਦੇ ਉੱਤੇ ਜਿਹੜੀ ਕਿ ਅਸੀਂ ਕਿੱਥੀ ਤੋਂ ਨਿਸ਼ਾਨ ਲਗਾਉਣਾ ਹੈ, ਕੋਈ ਉਸ ਨਿਸ਼ਾਨ ਵਾਸਤੇ ਅਸੀਂ ਜਿਹੜਾ ਪੰਚ ਕਰਦੇ ਹਾਂ, ਜਾਂ ਜਦੋਂ ਅਸੀਂ ਕਿਸੇ ਚੀਜ਼ ਨੂੰ ਡਰਿਲ ਕਰਨਾ ਹੈ, ਹੋਲ ਕਰਨਾ ਹੈ, ਉਸ ਵਾਸਤੇ ਜਿਸ ਚੀਜ਼ ਦਾ ਇਸਤੇਮਾਲ ਕਰਦੇ ਹਾਂ, ਅਤੇ ਉੱਥੇ ਪਹਿਲਾਂ ਸੈਂਟਰ ਪੰਚ ਲਗਾ ਕੇ, ਤਾਂ ਕਿ ਸਾਨੂੰ ਐਗਜ਼ੈਕਟ ਪੁਆਇੰਟ ਪਤਾ ਲੱਗ ਜਾਵੇ, ਉੱਥੇ ਅਸੀਂ ਹੋਲ ਕਰ ਸਕੀਏ, ਉੱਥੋਂ ਅਸੀਂ ਜਾਣ ਸਕੀਏ। ਉਸ ਤੋਂ ਬਾਅਦ ਹੋਲੋ ਪੰਚ, ਜਿਹੜੇ ਕਈ ਮੋਰੀਆਂ ਕਰਨ ਦੇ, ਹੋਲ ਕਰਨ ਦੇ ਕੰਮ ਆਵੇ। ਜਿਵੇਂ ਅਸੀਂ ਗੈਸਕਟ ਕੱਟਦੇ ਹਾਂ, ਅਤੇ ਗੈਸਕਟ ਕੱਟਣ ਵਾਸਤੇ ਸਾਨੂੰ ਹੋਲੋ ਪੰਚ ਦੀ ਜਿਹੜੀ ਹੈ ਉਹ ਜ਼ਰੂਰਤ ਪੈਂਦੀ ਹੈ। ਇਹ ਵੀ ਡਿਫਰੈਂਟ ਸਾਈਜ਼ ਦੇ ਜਿਹੜੇ ਹੈ ਹੋਲੋ ਪੰਚ ਮਾਰਕੀਟ ਦੇ ਵਿੱਚ ਅਵੇਲੇਬਲ ਹੈ। ਜਿਵੇਂ ਹੋਲੋ ਪੰਚ ਜਿਹੜਾ ਹੈਗਾ ਉਹ 1/4 ਦਾ ਵੀ ਹੈ, 3/8 ਦਾ ਵੀ ਹੈ, 5/16 ਦਾ ਵੀ ਹੈ। ਡਿਫਰੈਂਟ ਸਾਈਜ਼ ਦੇ ਜਿਹੜੇ ਹੋਲੋ ਪੰਚ ਹੈ ਉਹ ਅਲੱਗ-ਅਲੱਗ ਸਾਈਜ਼ ਦੇ ਜਿਹੜੇ ਹੈ ਉਹ ਹੁੰਦੇ ਹੈ, ਤਾਂ ਕਿ ਅਸੀਂ ਆਪਣੀ ਇੱਛਾ ਅਨੁਸਾਰ ਜਾਂ ਉਸ ਮਸ਼ੀਨਰੀ ਦੇ ਮੁਤਾਬਿਕ ਜਿਸ ਤਰੀਕੇ ਦੀ ਵੀ ਅਸੀਂ ਗੈਸਕਟ ਕੋਈ ਕੱਟਣਾ ਚਾਹੁੰਦੇ ਹਾਂ, ਉਸ ਦਾ ਹੱਲ ਕਰਨ ਵਾਸਤੇ ਅਸੀਂ ਇਸ ਦਾ ਸਹਾਰਾ ਲੈ ਸਕੀਏ। ਉਸ ਤੋਂ ਇਲਾਵਾ ਸਨਿਪ ਮੀਨਸ ਕਤੀਰਾ, ਜਿਹਨੂੰ ਆਪਾਂ ਕਤੀਰਾ ਕਹਿ ਦਿੰਦੇ, ਜਿਸ ਦੇ ਨਾਲ ਅਸੀਂ ਕੋਈ ਸ਼ੀਟ ਨੂੰ ਕੱਟ ਸਕੀਏ। ਸ਼ੀਟ ਕੋਈ 20 ਗੇਜ ਤੱਕ, 22 ਗੇਜ ਤੱਕ ਅਸੀਂ ਜਿਹੜੀ ਹੈ ਸ਼ੀਟ ਨੂੰ ਕੱਟ ਸਕੀਏ। ਵਾਈਸ ਮੈਨੇ ਜਿਸ ਦੇ ਵਿੱਚ ਅਸੀਂ ਕਿਸੇ ਚੀਜ਼ ਨੂੰ ਵੀ ਪਕੜ ਸਕੀਏ, ਪਕੜ ਕੇ ਉਸ ਦੇ ਉੱਤੇ ਬੈਂਚ ਵਾਈਸ ਜਿਹਨੂੰ ਕਹਿੰਦੇ ਆ, ਕਿ ਅਗਰ ਬੈਂਚ 'ਤੇ ਲੱਗੇਗੀ ਬੈਂਚ ਵਾਈਸ ਹੈ। ਅਗਰ ਹੱਥ ਦੇ ਵਿੱਚ ਅਸੀਂ ਪਕੜਦੇ ਹਾਂ ਤਾਂ ਉਸ ਨੂੰ ਅਸੀਂ ਹੈਂਡ ਵਾਈਸ ਵੀ ਕਹਿ ਸਕਦੇ ਹਾਂ। ਇਹ ਵੀ 3-4 ਤਰ੍ਹਾਂ ਦੀ ਜਿਹੜੀ ਹੈਗੀ ਹੈ ਵਾਈਸ ਜਿਹੜੀ ਹੈ ਉਹ ਮਾਰਕੀਟ ਦੇ ਵਿੱਚ ਬਕਾਇਦਾ ਅਵੇਲੇਬਲ ਹੈ। ਉਸ ਤੋਂ ਬਾਅਦ ਸੋਲਡਰਿੰਗ ਆਇਰਨ, ਜਿਸ ਦੇ ਰਾਹੀਂ ਅਸੀਂ ਟਾਂਕੇ ਲਗਾਉਂਦੇ ਹਾਂ, ਜਿਸ ਦੇ ਰਾਹੀਂ ਅਸੀਂ ਪੂਰੀ ਤਰ੍ਹਾਂ ਜਿਹੜੇ ਸੋਲਡਰ ਕੀਤੇ ਜਾਂਦੇ ਹੈ, ਬਿਲਕੁਲ ਸੋਲਡਰ ਵਾਇਰ ਦੇ ਦੁਆਰਾ। ਇੱਕ ਖਾਸ ਟਿਪ ਹੁੰਦੀ ਹੈ ਜਿਹੜੀ ਕਿ ਕੋਪਰ ਦੀ ਹੁੰਦੀ ਹੈ, ਉਸ ਦੇ ਉੱਤੇ ਟੈਂਪਰੇਚਰ ਮੇਨਟੇਨ ਕਰਕੇ ਸਾਡੀ ਜਿਹੜੀ ਉਹ ਸੋਲਡਰ ਹੈ, ਫਲਕਸ ਦੀ ਮਦਦ ਦੇ ਨਾਲ ਅਸੀਂ ਹਲਕੇ ਫੁਲਕੇ ਜਿਹੜੇ ਟਾਂਕੇ ਹੈ, ਹਲਕੇ ਫੁਲਕੇ ਮੀਨਸ ਜਿਹੜੇ ਟਾਂਕੇ ਹੈ ਛੋਟੀ ਮੋਟੀ ਤਾਰ ਵਾਲੇ, ਉਹ ਅਸੀਂ ਸੋਲਡਰਿੰਗ ਆਇਰਨ ਦੀ ਮਦਦ ਦੇ ਨਾਲ ਲਗਾ ਸਕਦੇ ਹਾਂ। ਉਸ ਤੋਂ ਬਾਅਦ ਪੁਲੀ ਮੈਨੇ ਕੋਈ ਵੀ ਵੀਲ ਹੈ, ਕੋਈ ਵੀ ਬੇਰਿੰਗ ਹੈ, ਉਸ ਨੂੰ ਖੋਲ੍ਹਣ ਵਾਸਤੇ ਪੁੱਲ ਮੈਨੇ ਖਿੱਚਣਾ, ਜਿਹੜਾ ਕਿ ਕਿਸੇ ਵੀ ਤਰ੍ਹਾਂ ਦੇ ਵੀਲ ਨੂੰ, ਕਿਸੇ ਵੀ ਤਰ੍ਹਾਂ ਦੇ ਬੇਰਿੰਗ ਨੂੰ, ਕਿਸੇ ਤਰ੍ਹਾਂ ਦੀ ਪੁਲੀ ਨੂੰ ਖੋਲ੍ਹਣ ਦਾ ਕੰਮ ਕਰ ਸਕੇ, ਉਸ ਨੂੰ ਖਿੱਚ ਕੇ ਉਹਨੂੰ ਖੋਲ੍ਹ ਸਕੇ। ਦੈਟ ਵਨ ਇਜ਼ ਪੁਲਰ। ਆਫਟਰ ਦੈਨ ਬਿਲੋ ਲੈਂਪ ਜਾਂ ਬਿਲੋ ਟੋਰ। ਉਸ ਤੋਂ ਇਲਾਵਾ
अगर देखा जाए तो इस वे जो असी कोई टांके लगाने हैं, ब्रेजिंग करनी है, तो जिमें कि मैं तुहानूं दस्सिया ही है कि रैफ्रिजरेशन एयर कंडीशनिंग दे विच वैल्डिंग का भी उन्ना ही महत्व है जिन्ना बाकी ट्रेड का, जिहदे विच मेनली गैस वैल्डिंग का, जिस दे विच असीं असैटलिन ऑक्सीजन के द्वारा भी टांके लगा सकते हाँ। तो बिलो टॉर्च दे विच असीं LPG जिहड़ी गैस है उसका इस्तेमाल करते हैं ताकि वो जो टांके है वो लगा सकीए। जे होर ज़्यादा सानू लगता है कि भी ज़्यादा टैंपरेचर की जरूरत है, ज़्यादा उत्थे सेक की जरूरत है, तो असी LPG नाल ईवन दैन ऑक्सीजन का सिलेंडर जोड़ के असी उसका प्रैशर बढ़ा के होर ज़्यादा हीट नू प्राप्त कर सकते हैं। उस तो इलावा पोकर जिहड़ा कि जिन्हों आप सूआ भी कह सकते हैं, सूंबा भी कह सकते हैं, ये होल करन दे काम आंदा है। उस तो इलावा ऑयल कैन जिस दे विच ऑयल भर के असी किसी भी मशीन नू तेल जिहड़ा है वो दे सकते हैं। ट्विज़र मीनस चिमटी, जिहदे राही असी किसी चीज़ नू पकड़ सकते हैं, किसी चीज़ नू पकड़ के एक जगह तो दूजी जगह ते रख सकते हैं। उस तो इलावा रैफ्रिजरेंट सिलेंडर, ये डिफरेंट टाइप्स के विच रैफ्रिजरेंट सिलेंडर जिहड़े है वो मुहैया होंदे है, जिस दे विचों कोई 22 नंबर गैस वास्ते असी अलग रखते हाँ, CFC रैफ्रिजरेंट वास्ते अलग रखते हाँ, असी अमोनीया वास्ते अलग रखते हाँ, क्योंकि साढ़े जिन्नी भी तरह की रैफ्रिजरेंट्स आ गैसिज इस्तेमाल होंदियां हैं उस दे वास्ते अलग अलग जिहड़े सिलेंडर है वो मार्केट दे विच बकायदा अवेलेबल है। ये ईवन दैन चाहे CFC रैफ्रिजरेंट ले लो, HC ले लो, किलो का रैफ्रिजरेंट सिलेंडर भी आता है, डिस्पोजेबल भी आते हैं 22 नंबर वास्ते, 5 किलो का भी है, किलो का भी है, 10 किलो का भी है, 30 किलो का भी है। उस तो इलावा चार्जिंग लाइन जिस दे राही असी रैफ्रिजरेंट नू चार्ज कर सकीए, किसी चीज़ नू चार्ज कर सकीए, दैट वन इज़ चार्जिंग लाइन। दैट वन इज़ फुली फ्लैक्सीबल। ये फ्लैक्सीबल लाइन है ताकि कोई भी रैफ्रिजरेंट नू गुजरन दे विच किसी तरह की भी कोई मुश्किल ना होवे। उस तो इलावा हैंड शट ऑफ वाल्व। हैंड शट ऑफ वाल्व मीनस जिहड़ा कि हथ दे द्वारा असी खोल सकीए, हथ दे द्वारा बंद कर सकीए। यह जिहड़ा हैंड शट ऑफ वाल्व है असी चार्जिंग वेले ਜਾਂ कोई चीज़ नू पास ऑन करने वास्ते ਜਾਂ बाहर डिस्चार्ज करने वास्ते असी इस्तेमाल करते हैं। ये 2 वे वाल्व भी आंदा है, ये 3 वे वाल्व भी आंदा है। ये ज्यों सानू जिस तरीके नाल रैफ्रिजरेशन फील्ड दे विच चीज़ की जरूरत है, मैकेनिज्म की जरूरत है, उस जगह के उत्ते साडा हैंड शट ऑफ वाल्व का मेन इस्तेमाल होंदा है। उस तो इलावा ट्यूब कटर, जिहड़ा ट्यूब कटर है उसके नाम के नाल ही ये गल जुड़ी हुई है। विच वन इज़ टू कट द ट्यूब। कॉपर ट्यूब है, एल्यूमीनियम ट्यूब है, ईवन दैन स्टील ट्यूब है, ये उन्होंने कट्टन का काम करता है। ये डिफरेंट साइज़ दे विच छोटे भी आते हैं, थोड़ा बड़े साइज़ दे विच भी ये जिहड़े ट्यूब कटर है वो मार्केट दे विचों अवेलेबल है, जिहदा कि ब्लेड जिहड़ा ट्यूब नू कटदा है वो हाई कार्बन स्टील का बनया होंदा है। उस तो इलावा फ्लेयरिंग टूल, जिहड़ा फ्लेयर बनाने दे काम आंदा होवे, जिहड़ा कि कॉलर बनाने दे काम आंदा होवे। फ्लेयर मीनस कॉलर, ऐसा कॉलर जिहड़ा कि किसी पासे तो भी किसी किस्म वालों भी वो क्रैक ना होवे, ताकि उस दे विच अगर जिहड़ा असीं फ्लेयर नट पाया होया है, अगर असीं उस फ्लेयर नट नू किसी जगह दे उत्ते भी टाइटन करिए ते वो उत्थों लीक का बिल्कुल भी सोर्स ना होवे, बिल्कुल भी उत्थों कोई भी रैफ्रिजरेंट या कोई भी वस्तु जिहड़ी हैगी है वो लीक ना करे। इस करके फ्लेयरिंग टूल का मेन इस्तेमाल है। ये 2 पार्ट्स दे विच अवेलेबल होंदा है, एक है फ्लेयरिंग ब्लॉक एंड सैकंड वन इज़ योक असैम्बली। दोनों नू मिला के ये बनता है फ्लेयरिंग टूल। पिंच ऑफ टूल, जिस दे राही असी किसी भी ट्यूब नू प्रेस कर सकीए,
ਪਿੰਚ ਕਰ ਸਕੀਏ, ਦਬਾ ਸਕੀਏ, ਅਸੀਂ ਉਸ ਨੂੰ ਪਿੰਚ ਆਫ ਟੂਲ ਕਹਿੰਦੇ ਹਾਂ। ਇਹ ਬਿਲਕੁਲ ਇਸ ਤਰੀਕੇ ਨਾਲ ਪਿੰਚ ਕਰੇ ਕਿ ਸਾਡੀ ਜਿਹੜੀ ਰੈਫਰੀਜੈਂਟ ਹੈ ਅੰਦਰ ਦੀ ਬਾਹਰ ਨਾ ਆ ਸਕੇ, ਔਰ ਬਾਹਰ ਦੀ ਰੈਫਰੀਜੈਂਟ ਜਿਹੜੀ ਹੈ ਉਹ ਅੰਦਰ ਨਾ ਜਾ ਸਕੇ। ਉਸ ਤੋਂ ਇਲਾਵਾ ਪਿੰਚ ਆਫ ਪਲਾਇਰ, ਇਹ ਵੀ ਸੇਮ ਉਹਦਾ ਫੰਕਸ਼ਨ ਹੈ, ਬਟ ਉਹ ਪਲਾਇਰ ਟਾਈਪ ਹੈ, ਉਹ ਟੂਲ ਟਾਈਪ ਹੈ। ਸਪਰਿੰਗ ਟਾਈਪ ਟਿਊਬ ਬੈਂਡਰ, ਜਿਸ ਦੇ ਵਿੱਚ ਅਸੀਂ ਡੋਮੈਸਟਿਕ ਛੋਟੀਆਂ ਜਿਹੜੀਆਂ ਟਿਊਬਾਂ ਹੈ, ਚਾਹੇ 1/4 ਇੰਚ ਦੀ ਹੈ, ਉਸ ਤੋਂ ਇਲਾਵਾ 3/8 ਇੰਚ ਸਾਈਜ਼ ਦੀ ਹੈ, ਇਹ ਜਿਹੜੀਆਂ ਛੋਟੀਆਂ ਸਾਈਜ਼ ਦੀਆਂ ਜਿਹੜੀਆਂ ਟਿਊਬਸ ਹੈ, ਅਸੀਂ ਸਪਰਿੰਗ ਟਾਈਪ ਟਿਊਬ ਬੈਂਡਰ ਦੇ ਰਾਹੀਂ ਆਪਣੇ ਇੱਛਾ ਦੇ ਮੁਤਾਬਿਕ ਜਿੱਥੇ ਜਿੱਥੇ ਜਿਹੜਾ ਐਂਗਲ ਟਿਊਬ ਦਾ ਚਾਹੀਦਾ ਹੈ, ਉਸ ਐਂਗਲ ਮੁਤਾਬਿਕ ਅਸੀਂ ਉਸ ਟਿਊਬ ਨੂੰ ਕਰ ਸਕੀਏ, ਬਣਾ ਸਕੀਏ, ਤਾਂ ਕਿ ਅੱਗੇ ਕੋਈ ਵੀ ਜਿਹੜਾ ਅਸੀਂ ਕਨੈਕਸ਼ਨ ਜੋੜਨਾ ਹੈ, ਪੁਆਇੰਟ ਅੱਗੇ ਵਧਾਉਣਾ ਹੈ, ਉਸ ਦੇ ਵਿੱਚ ਸਾਨੂੰ ਹੈਲਪ ਹੋ ਸਕੇ। ਲੇਕਿਨ ਜਿਹੜੀਆਂ ਵੱਡੀਆਂ ਸਾਈਜ਼ ਦੀਆਂ ਟਿਊਬ ਹੈ, ਜਿੱਦਾਂ 1/2 ਦੀ ਹੈ, 3/8 ਦੀ ਹੈ, ਜਾਂ ਉਸ ਤੋਂ ਇਲਾਵਾ 5/16 ਦੀ ਹੈ, 5/8 ਇੰਚ ਦੀ ਹੈ, ਜਾਂ ਉਸ ਤੋਂ ਵੀ ਇਲਾਵਾ ਹੋਰ ਵੱਡੇ ਸਾਈਜ਼ ਦੀਆਂ ਜਿਹੜੀਆਂ ਟਿਊਬਸ ਹੈ, ਉਸ ਦੇ ਵਾਸਤੇ ਸਾਨੂੰ ਮਕੈਨੀਕਲ ਟਿਊਬ ਬੈਂਡਰ ਦਾ ਜਿਹੜਾ ਹੈ ਉਹ ਇਸਤੇਮਾਲ ਲੈਣਾ ਪੈਂਦਾ ਹੈ। ਮਕੈਨੀਕਲ ਟਿਊਬ ਬੈਂਡਰ ਦੇ ਵਿੱਚ ਬਕਾਇਦਾ ਪੁਲੀ ਹੈ, ਜਿਸ ਪੁਲੀ ਦੇ ਆਲੇ ਦੁਆਲੇ ਬਕਾਇਦਾ ਸਾਈਜ਼ ਦਿੱਤੇ ਹੋਏ ਹੈ, ਸਾਈਜ਼ ਦੱਸੇ ਹੋਏ ਹੈ ਕਿ ਕਿੰਨੇ ਸਾਈਜ਼ ਦੇ ਮੁਤਾਬਿਕ ਆਪਾਂ ਨੇ ਉਸ ਟਿਊਬ ਨੂੰ ਕਿੰਨੇ ਐਂਗਲ ਦੇ ਉੱਤੇ ਬੈਂਡ ਕਰਨਾ ਹੈ, ਤਾਂ ਕਿ ਕੋਈ 90 ਡਿਗਰੀ ਦਾ ਹੈ, 45 ਡਿਗਰੀ ਦਾ ਹੈ, 60 ਡਿਗਰੀ ਦਾ ਹੈ, 30 ਡਿਗਰੀ ਦਾ ਹੈ, ਉਹ ਜਿਸ ਤਰੀਕੇ ਦੀ ਜ਼ਰੂਰਤ ਹੈ ਉਸ ਟਿਊਬ ਨੂੰ ਬੈਂਡ ਹੋਣ ਦੀ, ਤਾਂ ਕਿ ਅਸੀਂ ਅੱਗੇ ਉਸ ਟਿਊਬ ਨੂੰ ਅੱਗੇ ਵਧਾ ਸਕੀਏ, ਜਾਂ ਅੱਗੇ ਜਿੱਥੇ ਵੀ ਸਾਨੂੰ ਕੋਈ ਅਗਲਾ ਕਨੈਕਸ਼ਨ ਕਰਨਾ ਹੈ, ਉਸ ਦੇ ਵਾਸਤੇ ਸਾਨੂੰ ਮਕੈਨੀਕਲ ਟਿਊਬ ਬੈਂਡਰ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ। ਨੈਕਸਟ ਵਨ ਇਜ਼ ਰੀਫੇਸਿੰਗ ਟੂਲ। ਜਦੋਂ ਤੁਸੀਂ ਕੋਈ ਟਿਊਬ ਕੱਟ ਲੈਂਦੇ ਹੋ ਅਤੇ ਉਸ ਟਿਊਬ ਦੇ ਆਲੇ ਦੁਆਲੇ ਜਿਹੜਾ ਫੋਰਨ ਮਟੀਰੀਅਲ ਹੈ, ਫੋਰਨ ਮਟੀਰੀਅਲ ਮੀਨਸ ਜਿਹੜਾ ਮੈਟਲ ਦੇ ਜਿਹੜੇ ਕਣ ਹੈ, ਉਹ ਜਿਹੜੇ ਕਣ ਹੈ ਉਹਨਾਂ ਨੂੰ ਰਿਮੂਵ ਕਰਨ ਵਾਸਤੇ, ਉਹਨਾਂ ਨੂੰ ਸਾਫ਼ ਕਰਨ ਵਾਸਤੇ, ਤਾਂ ਕਿ ਉਹ ਜਿਹੜਾ ਕਚਰਾ ਮਚਰਾ ਹੈ ਉਹ ਸਾਡਾ ਟਿਊਬ ਦੇ ਅੰਦਰ ਇਨਸਲਟ ਨਾ ਹੋਵੇ, ਇਸ ਕਰਕੇ ਜਾਂ ਉਹਨੂੰ ਬਲੋਕ ਨਾ ਕਰ ਦੇਵੇ। ਉਸ ਨੂੰ ਬਲੋਕੇਜ ਤੋਂ ਰੋਕਣ ਵਾਸਤੇ, ਉਹ ਫੋਰਨ ਮਟੀਰੀਅਲ ਅੰਦਰ ਜਾਣ ਤੋਂ ਰੋਕਣ ਵਾਸਤੇ ਅਸੀਂ ਰੀਫੇਸਿੰਗ ਟੂਲ ਦਾ ਇਸਤੇਮਾਲ ਕਰਦੇ ਹਾਂ। ਉਸ ਤੋਂ ਇਲਾਵਾ ਨੈਕਸਟ ਵਨ ਇਜ਼ ਸਵੇਜਿੰਗ ਟੂਲ। ਸਵੇਜਿੰਗ ਟੂਲ ਮੀਨ ਸਵੇਜ ਕਰਨਾ, ਖੋਲ੍ਹਣਾ। ਸਪੋਜ਼ ਇਸ ਦੇ ਬਾਰੇ ਇੱਕ ਐਗਜ਼ਾਮਪਲ ਛੋਟੀ ਜਿਹੀ ਹੈ ਕਿ 1/4 ਦੀ ਟਿਊਬ ਹੈ, ਮੰਨ ਲਓ ਅਸੀਂ 1/4 ਦੀ ਟਿਊਬ ਨੂੰ 1/4 ਦੀ ਹੀ ਟਿਊਬ ਨਾਲ ਜੋੜਨਾ ਹੈ। ਹਾਊ ਇਟ ਇਜ਼ ਪੋਸੀਬਲ ਕਿ ਅਸੀਂ ਉਸ ਨੂੰ ਦੋਨੋਂ ਟਿਊਬਾਂ ਨੂੰ ਜੋੜ ਲਵਾਂਗੇ। ਇਸ ਕਰਕੇ ਉਸੇ ਸੇਮ ਸਾਈਜ਼ ਦੀ ਟਿਊਬ ਨੂੰ ਸੇਮ ਸਾਈਜ਼ ਦੀ ਟਿਊਬ ਨਾਲ ਜੋੜਨ ਵਾਸਤੇ ਉਸ ਦਾ ਜਿਹੜਾ ਇੱਕ ਸਿਰਾ ਹੈ ਅਸੀਂ ਉਸ ਦੇ ਵਿੱਚ ਸਵੇਜ ਕਰਾਂਗੇ, ਜਿਹੜੇ ਕਿ ਇਹ ਵੀ ਡਿਫਰੈਂਟ ਸਾਈਜ਼ ਦੇ ਜਿਹੜੇ ਸਵੇਜ ਹੈ ਉਹ ਆਉਂਦੇ ਹੈ। ਕੋਈ 1/4 ਦਾ ਹੈ, 3/8 ਦਾ ਹੈ, 5/16 ਦਾ ਹੈ, 5/8 ਦਾ ਹੈ। ਡਿਫਰੈਂਟ ਸਾਈਜ਼ ਦੇ ਜਿਹੜੇ ਸਵੇਜਿੰਗ ਟੂਲ ਹੈ ਉਹ ਬਕਾਇਦਾ ਆਉਂਦੇ ਹੈ, ਅਤੇ ਅਸੀਂ ਇੱਕ ਸਾਈਡ ਨੂੰ ਸਵੇਜਿੰਗ ਟੂਲ ਦੀ ਮਦਦ ਨਾਲ ਥੋੜ੍ਹਾ ਟਿਊਬ ਨੂੰ ਖੋਲ੍ਹ ਲਵਾਂਗੇ ਅਤੇ ਦੂਸਰੀ ਟਿਊਬ ਨੂੰ ਉਸ 1/4 ਦੀ ਹੀ ਟਿਊਬ ਦੇ ਵਿੱਚ ਇਨਸਰਟ ਕਰਕੇ ਉਸ ਤੋਂ ਬਾਅਦ ਉਹਦੇ ਉੱਤੇ ਬ੍ਰੇਸ ਕਰ ਦਿਆਂਗੇ, ਟਾਂਕਾ ਲਗਾ ਦੇਵਾਂਗੇ। ਨੈਕਸਟ ਵਨ ਇਜ਼ ਪਿਸਟਨ ਰਿੰਗ ਓਪਨਰ। ਜਿਹੜਾ ਪਿਸਟਨ ਰਿੰਗ ਹੈ, ਜਦੋਂ ਅਸੀਂ ਉਸ ਨੂੰ ਖੋਲ੍ਹਣਾ ਹੈ ਅਤੇ ਉਹਦੇ, ਕਿਉਂਕਿ ਦੈਟ ਵਨ ਇਜ਼ ਮੇਡ ਆਫ ਹਾਈ ਕਾਰਬਨ ਸਟੀਲ, ਉਹ ਇੰਨਾ ਹਾਰਡ ਹੁੰਦਾ ਹੈ, ਇੰਨਾ ਸੈਂਸਿਟਿਵ ਅਤੇ ਹਾਰਡ ਹੁੰਦਾ ਹੈ ਕਿ ਅਗਰ ਜਰਾ ਕੁ ਵੀ ਜ਼ਿਆਦਾ ਤੁਸੀਂ ਜ਼ੋਰ ਲਗਾਓਗੇ ਅਤੇ ਉਹ ਵਿਦਿਨ ਸੈਕਿੰਡ ਦਾ 1000ਵਾਂ ਹਿੱਸਾ ਉਹ ਟੁੱਟਣ 'ਚ ਦੇਰ ਨਹੀਂ ਲਗਾਏਗਾ। ਸੋ ਉਸ ਨੂੰ ਬਚਾਉਣ ਵਾਸਤੇ, ਉਸ ਨੂੰ ਸੇਵ ਕਰਨ ਵਾਸਤੇ ਅਸੀਂ ਇੱਕ ਜਿਹੜਾ ਪਿਸਟਨ ਰਿੰਗ ਓਪਨਰ ਜਿਹੜਾ ਹੈ ਉਸ ਦਾ ਇਸਤੇਮਾਲ ਕਰਦੇ ਹਾਂ, ਤਾਂ ਕਿ ਉਹ ਉਸ ਨੂੰ ਈਜ਼ਲੀ ਜਿਹੜਾ ਹੈ ਉਹ ਖੋਲ੍ਹ ਸਕੇ ਅਤੇ ਸਾਡੇ ਪਿਸਟਨ ਰਿੰਗ ਨੂੰ ਪੂਰੀ ਤਰ੍ਹਾਂ ਸੇਵ ਕਰ ਦੇਵੇ। ਉਸ ਤੋਂ ਇਲਾਵਾ ਸਕ੍ਰੈਪ ਕਰਨਾ, ਕਿਸੇ ਮੈਟਲ ਨੂੰ ਜਦੋਂ ਖੁਰਚਣੇ ਦੇ ਨਾਂ ਨੂੰ ਅਸੀਂ ਸਕ੍ਰੈਪਰ ਕਹਿੰਦੇ ਹਾਂ। ਇਹ ਇੱਕ ਪੇਚਕਸ ਟਾਈਪ ਜਿਹੜਾ ਹੈਗਾ ਟੂਲ ਹੁੰਦਾ ਹੈ, ਜਿਹੜਾ ਕਿ ਬਿਲਕੁਲ ਫਲੈਟ ਅੱਗੋਂ ਹੁੰਦਾ ਹੈ ਅਤੇ ਇੱਕ ਖਾਸ ਐਂਗਲ ਦੇ ਉੱਤੇ
ਇਹ ਬੜਾ ਹਾਰਡ ਸਟੀਲ ਹਾਈ ਕਾਰਬਨ ਸਟੀਲ ਦਾ ਬਣਿਆ ਹੁੰਦਾ ਹੈ ਇਸ ਦਾ ਐਜ, ਜਿਹਦੇ ਨਾਲ ਕਿ ਮੈਟਲ ਨੂੰ ਇਹ ਪੂਰੀ ਤਰ੍ਹਾਂ ਜਿੱਥੋਂ ਅਸੀਂ ਖੁਰਚਣਾ ਚਾਹੀਏ ਉਸ ਮੁਤਾਬਕ ਅਸੀਂ ਖੁਰਚ ਸਕਦੇ ਹਾਂ, ਸਕ੍ਰੈਚ ਕਰ ਸਕਦੇ ਹਾਂ। ਨਾਈਫ ਬਾਰੇ ਆਪ ਲੋਕਾਂ ਨੂੰ ਪਤਾ ਹੀ ਹੈ, ਜਿਹੜਾ ਕਿ ਚਾਕੂ ਦਾ ਕੰਮ ਕਰਦਾ ਹੈ, ਕਿਸੇ ਚੀਜ਼ ਨੂੰ ਕੱਟਣ ਵੱਢਣ ਦਾ ਕੰਮ ਕਰਦਾ ਹੈ, ਉਸ ਦੇ ਵਾਸਤੇ ਨਾਈਫ ਦਾ ਇਸਤੇਮਾਲ ਹੁੰਦਾ ਹੈ। ਅਤੇ ਉਸ ਤੋਂ ਇਲਾਵਾ ਸੀਜ਼ਰ, ਜਿਹੜੀ ਕਿ ਸਾਨੂੰ ਕਹਿ ਸਕਦੇ ਹਾਂ ਕੈਂਚੀ, ਕਿਸੇ ਚੀਜ਼ ਨੂੰ ਕੱਟਣ ਦਾ, ਗੈਸਕਟ ਨੂੰ ਕੱਟਣ ਦਾ ਜਿਹੜਾ ਕੰਮ ਹੈ ਲਾਈਟ ਵਰਕ ਕਰਨ ਵਾਸਤੇ ਅਸੀਂ ਸੀਜ਼ਰ ਦਾ ਇਸਤੇਮਾਲ ਕਰਦੇ ਹਾਂ। ਨੈਕਸਟ ਸਰਫੇਸ ਪਲੇਟ। ਸਰਫੇਸ ਮੈਨੇ ਬਿਲਕੁਲ ਪਲੇਨ ਪਲੇਟ। ਡਰਿਲ ਮਸ਼ੀਨ, ਜਿਹਦੇ ਰਾਹੀਂ ਅਸੀਂ ਹੋਲ ਕਰਨ ਦਾ ਕੰਮ ਕਰਦੇ ਹਾਂ, ਦੈਟ ਵਨ ਇਜ਼ ਡਰਿਲ ਮਸ਼ੀਨ। ਇਹ ਮੈਨੂਅਲੀ ਵੀ ਹੁੰਦੀ ਹੈ, ਇਲੈਕਟ੍ਰੀਕਲ ਪੋਰਟੇਬਲ ਵੀ ਹੁੰਦੀ ਹੈ। ਇਹ ਕਮਰਸ਼ੀਅਲ ਲੈਵਲ ਦੇ ਉੱਤੇ ਵੀ ਜਿਹੜੀ ਹੈ ਡਰਿਲ ਮਸ਼ੀਨ ਇਸਤੇਮਾਲ ਹੁੰਦੀ ਹੈ। ਟੈਪ ਐਂਡ ਡਾਈ ਸੈੱਟ। ਟੈਪ ਐਂਡ ਡਾਈ ਸੈੱਟ ਮੀਨਸ ਕਿ ਜਿਹੜਾ ਕਿ ਚੂੜੀਆਂ ਪਾ ਵੀ ਸਕੇ, ਅਤੇ ਡਾਈ ਦੇ ਦੁਆਰਾ ਕਿਸੇ ਨਟ ਉੱਤੇ ਅਗਰ ਅਸੀਂ ਕਰਦੇ ਹਾਂ ਤਾਂ ਟੈਪ ਦਾ ਇਸਤੇਮਾਲ ਕਰਦੇ ਹਾਂ, ਅਤੇ ਬੋਲਟ ਉੱਤੇ ਅਗਰ ਅਸੀਂ ਕੋਈ ਚੂੜੀ ਪਾਣੀ ਚਾਹੀਏ ਤਾਂ ਡਾਈ ਦਾ ਇਸਤੇਮਾਲ ਕਰਦੇ ਹਾਂ। ਇਹ ਦੋਨੋਂ ਹੀ ਅਲੱਗ-ਅਲੱਗ ਹੈ। ਉਸ ਤੋਂ ਬਾਅਦ ਰੀਮਰ ਐਂਡ ਸੋਕਟ ਸਪੈਨਰ ਸੈੱਟ। ਜਿਹੜਾ ਉਹਨਾਂ ਦਾ ਮੇਨ ਕੰਮ ਹੈ ਉਹ ਇਹੀ ਹੈ ਕਿ ਵੀ ਕਿਸੇ ਵੀ ਨਟ ਬੋਲਟ ਨੂੰ, ਸਕਰਿਊ ਨੂੰ ਅਸੀਂ ਟਾਈਟਨ ਦਾ ਅਤੇ ਲੂਜ਼ ਕਰਨ ਦਾ ਜਿਹੜਾ ਕੰਮ ਕਰ ਸਕੀਏ, ਉਸ ਦੇ ਵਾਸਤੇ ਇਹ ਜਿਹੜਾ ਸੋਕਟ ਸਪੈਨਰ ਸੈੱਟ ਦਾ ਇਸਤੇਮਾਲ ਹੁੰਦਾ ਹੈ। ਮੈਂ ਇੰਸਟਰੂਮੈਂਟਸ ਬਾਰੇ ਤੁਹਾਡੇ ਨਾਲ ਹੁਣ ਜਿਹੜੀ ਹੈ ਚਰਚਾ ਕਰਨੀ ਚਾਹਾਂਗਾ ਕਿ ਵੀ ਤੁਹਾਨੂੰ ਇਸ ਚੀਜ਼ ਦਾ ਵੀ ਪਤਾ ਲੱਗੇ ਕਿ ਵਟ ਇਜ਼ ਦਾ ਐਗਜ਼ੈਕਟ ਡਿਫਰੈਂਸ ਬਿਟਵੀਨ ਟੂਲਸ ਐਂਡ ਇੰਸਟਰੂਮੈਂਟ ਜਿਹੜਾ ਕਿ ਨਾਪਣ ਦਾ, ਜਿਸ ਦੇ ਰਾਹੀਂ ਕਿਸੇ ਵੀ ਚੀਜ਼ ਨੂੰ ਨਾਪਣ ਦਾ, ਮਾਪਣ ਦਾ ਕੰਮ ਕੀਤਾ ਜਾਵੇ, ਮੇਜ਼ਰ ਕਰਨ ਦਾ ਕੰਮ ਕੀਤਾ ਜਾਵੇ, ਦੈਟ ਵਨ ਇਜ਼ ਕਮਸ ਇਨ ਦਾ ਇੰਸਟਰੂਮੈਂਟਸ। ਸੋ ਨੰਬਰ 1 ਟੈਸਟਰ, ਜਿਸ ਦੇ ਬਾਰੇ ਆਪ ਸਾਰਿਆਂ ਨੂੰ ਹੀ ਪਤਾ ਹੈ ਕਿ ਜਿਸ ਦੇ ਰਾਹੀਂ ਅਸੀਂ ਨਿਊਟਰਲ ਫੇਸ ਅਗਰ ਜਦੋਂ ਚੈੱਕ ਕਰਦੇ ਹਾਂ ਅਤੇ ਟੈਸਟਰ ਰਾਹੀਂ ਅਸੀਂ ਸਿਰਫ ਫੇਸ ਨੂੰ ਚੈੱਕ ਕਰਦੇ ਹਾਂ। ਸੋ ਨੈਕਸਟ ਵਨ ਇਜ਼ ਮਲਟੀਮੀਟਰ। ਪਹਿਲੀ ਗੱਲ, ਇਸ ਦੇ ਨਾਮ ਦੇ ਵਿੱਚ ਹੀ ਇਸ ਦੀ ਗੱਲ ਛਿਪੀ ਹੋਈ ਹੈ। ਮਲਟੀ ਮੈਨੇ ਇੱਕ ਤੋਂ ਵੱਧ, ਜਿਹੜਾ ਕਿ ਇੱਕ ਤੋਂ ਵੱਧ ਵਸਤੂਆਂ ਬਾਰੇ, ਇੱਕ ਤੋਂ ਵੱਧ ਚੀਜ਼ਾਂ ਬਾਰੇ ਦੱਸਦਾ ਹੋਵੇ, ਦੈਟ ਵਨ ਇਜ਼ ਮਲਟੀਮੀਟਰ। ਅਤੇ ਇਸ ਦੇ ਵਿੱਚ ਇੱਕ ਤੋਂ ਵੱਧ ਕੀ ਹੈ? ਇਹ ਓਮਸ ਨੂੰ ਵੀ ਦੱਸਦਾ ਹੈ, ਇਹ ਕਰੰਟ ਨੂੰ ਵੀ ਦੱਸਦਾ ਹੈ, ਇਹ ਐਂਪੀਅਰ ਨੂੰ ਵੀ ਦੱਸਦਾ ਹੈ, ਇਹ ਰੈਜ਼ਿਸਟੈਂਸ ਨੂੰ ਵੀ ਦੱਸਦਾ ਹੈ। ਮਲਟੀਮੀਟਰ ਦੇ ਵਿੱਚ ਅਸੀਂ ਮਲਟੀਪਰਪਜ਼, ਯਾਨੀ ਕਿ ਅਸੀਂ ਇੱਕ ਤੋਂ ਵੱਧ ਚੀਜ਼ਾਂ ਬਾਰੇ ਜਿਹੜੀ ਹੈ ਜਦੋਂ ਜਾਣਕਾਰੀ ਲੈਂਦੇ ਹਾਂ ਅਤੇ ਦੈਨ ਵੀ ਸ਼ੁੱਡ ਯੂਜ਼ ਦਾ ਮਲਟੀਮੀਟਰ। ਆਫਟਰ ਦੈਨ ਕਲੈਂਪ ਔਨ ਮੀਟਰ। ਕਲੈਂਪ ਮੀਨਸ ਕਿਸੇ ਚੀਜ਼ ਨੂੰ ਜਦੋਂ ਅਸੀਂ ਕਲੈਂਪ ਕਰ ਦਿੰਦੇ ਹਾਂ ਤਾਂ ਇਹ ਮੀਟਰ ਔਨ ਹੋ ਜਾਵੇ। ਜਿਉਂ ਹੀ ਕਿਸੇ ਤਾਰ ਦੇ ਵਿੱਚ ਅਸੀਂ ਇੱਕ ਸਿੰਗਲ ਵਾਇਰ ਦੇ ਵਿੱਚ ਜਦੋਂ ਪਾਉਂਦੇ ਹਾਂ ਅਤੇ ਇਹ ਔਨ ਹੋ ਜਾਂਦਾ ਹੈ। ਹਰ ਉਸ ਤਾਰ ਦੇ ਵਿੱਚ ਫਲੋ ਆਫ ਕਰੰਟ, ਕਿੰਨਾ ਕਰੰਟ ਜਾ ਰਿਹਾ ਹੈ, ਉਸ ਕਰੰਟ ਨੂੰ ਜਿਹੜਾ ਦੱਸ ਦਵੇ, ਦੈਟ ਵਨ ਇਜ਼ ਕਲੈਂਪ ਔਨ ਮੀਟਰ। ਟੈਸਟਿੰਗ ਬੋਰਡ, ਇਹ ਕਹਿਣ ਨੂੰ ਤਾਂ ਦੇਸੀ ਜਿਹਾ ਲੱਗਦਾ ਹੈ। ਆਮ ਤੌਰ 'ਤੇ ਜਿੰਨੀਆਂ ਵੀ ਦੁਕਾਨਾਂ ਦੇ ਉੱਤੇ ਤੁਸੀਂ ਜਾ ਕੇ ਦੇਖੋ ਅਤੇ ਉੱਥੇ ਇੱਕ ਟੈਸਟਿੰਗ ਬੋਰਡ ਲੱਗਿਆ ਹੁੰਦਾ ਹੈ, ਜਿਸ ਦੇ ਵਿੱਚ ਇੱਕ ਐਂਪੀਅਰ ਮੀਟਰ ਹੈ, ਇੱਕ ਵੋਲਟ ਮੀਟਰ ਹੈ, ਉਸ ਤੋਂ ਇਲਾਵਾ ਉਸ ਦੇ ਵਿੱਚ ਇੱਕ ਸੀਰੀਜ਼ ਦੇ ਵਿੱਚ ਲੱਗਿਆ ਹੋਇਆ ਲੈਂਪ ਹੈ ਅਤੇ ਅਸੀਂ ਉਸ ਦੇ ਰਾਹੀਂ ਐਂਪੀਅਰ ਵੀ ਚੈੱਕ ਕਰ ਸਕਦੇ ਹਾਂ, ਵੋਲਟੇਜ ਵੀ ਚੈੱਕ ਕਰ ਸਕਦੇ ਹਾਂ ਅਤੇ ਕਿਸੇ ਮਸ਼ੀਨ ਦੀ ਜਿਹੜੀ ਕੰਟੀਨਿਊਟੀ ਹੈ ਜਾਂ ਉਹ ਅਰਥ ਹੈ ਜਾਂ ਉਹ ਠੀਕ ਹੈ, ਉਸ ਦੇ ਬਾਰੇ ਵੀ ਉਸ ਬੱਲਬ ਦੀ ਲਾਈਟ ਤੋਂ ਅਸੀਂ ਜੱਜ ਕਰ ਸਕਦੇ ਹਾਂ ਕਿ ਉਸ ਦੇ ਵਿੱਚ ਕਿਸ ਟਾਈਪ ਦਾ ਨੁਕਸ ਹੈ, ਕਿਸ ਟਾਈਪ ਦਾ ਫਾਲਟ ਹੈ। ਉਸ ਤੋਂ ਇਲਾਵਾ ਐਂਪੀਅਰ ਮੀਟਰ, ਜਿਹੜਾ ਕਿ ਸਾਡੇ ਐਂਪੀਅਰ ਨੂੰ, ਜਿਹੜਾ ਕਿ ਸਾਡੀ ਮਸ਼ੀਨ ਦੇ ਦੁਆਰਾ ਲਏ ਹੋਏ ਲੋਡ ਨੂੰ ਦੱਸਦਾ ਹੈ, ਮੇਜ਼ਰ ਕਰਦਾ ਹੈ, ਉਸਨੂੰ
ਐਂਪੀਅਰ ਮੀਟਰ ਕਹਿੰਦੇ ਆ। ਐਂਪੀਅਰ ਮੀਟਰ 0 ਤੋਂ 1 ਤੇ 1 ਤੋਂ 5 ਤੇ 5 ਤੋਂ 10 ਤੇ 10 ਤੋਂ 300 ਤੱਕ ਇਹ ਅਲੱਗ-ਅਲੱਗ ਰੇਂਜ ਦੇ ਵਿੱਚ ਜਿਹੜਾ ਹੈਗਾ ਐਂਪੀਅਰ ਮੀਟਰ ਮਾਰਕੀਟ ਦੇ ਵਿੱਚ ਅਵੇਲੇਬਲ ਹੈ। ਤੇ ਇਸ ਨੂੰ ਅਸੀਂ ਚੈੱਕ ਕਰਨ ਵਾਸਤੇ ਕਿ ਕਿਸ ਤਰੀਕੇ ਨਾਲ ਐਂਪੀਅਰ ਮੀਟਰ ਜਿਹੜਾ ਹੈ ਉਹ ਇਸਤੇਮਾਲ ਹੋਏਗਾ, ਤੇ ਇਟ ਇਜ਼ ਆਲਵੇਜ਼ ਕਨੈਕਟਡ ਇਨ ਦਾ ਸੀਰੀਜ਼ ਸਰਕਟ। ਜਿਹੜਾ ਐਂਪੀਅਰ ਮੀਟਰ ਹੈ ਉਹ ਹਮੇਸ਼ਾ ਸੀਰੀਜ਼ ਦੇ ਵਿੱਚ ਲੱਗੇਗਾ, ਇੱਕ ਲਾਈਨ ਦੇ ਵਿੱਚ ਲੱਗੇਗਾ, ਤਾਂ ਕਿ ਉਹ ਉਸਦੇ ਐਂਪੀਅਰ ਦੱਸ ਸਕੇ। ਨੈਕਸਟ ਵਨ ਇਜ਼ ਵੋਲਟ ਮੀਟਰ। ਜਿਹੜਾ ਫਲੋ ਆਫ ਇਲੈਕਟ੍ਰੋਨਸ ਇਨ ਦਾ ਟੂ ਵਾਇਰਸ ਦੇ ਵਿੱਚ ਜਿਹੜਾ ਫਲੋ ਆਫ ਇਲੈਕਟ੍ਰੋਨਸ ਹੈ ਉਸ ਨੂੰ ਜਿਹੜਾ ਦੱਸਦਾ ਹੋਵੇ ਉਹ ਵੋਲਟ ਮੀਟਰ ਕਹਾਉਂਦਾ ਹੈ। ਐਂਡ ਇਟ ਇਜ਼ ਆਲਵੇਜ਼ ਕਨੈਕਟਡ ਇਨ ਦਾ ਪੈਰਲਲ। ਇਹ ਹਮੇਸ਼ਾ ਪੈਰਲਲ ਸਰਕਟ ਦੇ ਵਿੱਚ ਲੱਗਦਾ ਹੈ। ਉਸ ਤੋਂ ਇਲਾਵਾ ਟੈਕੋਮੀਟਰ, ਜਿਸ ਦੇ ਰਾਹੀਂ ਅਸੀਂ ਇਹ ਜਾਣ ਸਕੀਏ ਕਿ ਸਾਡੀ ਮਸ਼ੀਨ ਦੇ ਕਿੰਨੇ RPM ਹੈ। RPM ਮੀਨਸ ਰੈਵੋਲੂਸ਼ਨ ਪਰ ਮਿੰਟ। 1 ਮਿੰਟ ਦੇ ਵਿੱਚ ਕਿੰਨੇ ਚੱਕਰ ਕੱਟਦੀ ਹੈ, ਉਸ ਦੇ ਬਾਰੇ ਜਾਣਕਾਰੀ ਲੈਣ ਲਈ ਸਾਨੂੰ ਟੈਕੋਮੀਟਰ ਦਾ ਇਸਤੇਮਾਲ ਕਰਨਾ ਪੈਂਦਾ ਹੈ। ਹਾਈਲਾਈਟ ਟਾਰਚ, ਹਾਈਲਾਈਟ ਮੈਨੇ ਲੱਭਣਾ, ਕਿਸੇ ਟਾਰਚ, ਐਸੀ ਟਾਰਚ ਜਿਹੜੀ ਕਿਸੇ ਚੀਜ਼ ਨੂੰ ਲੱਭ ਦਿੰਦੀ ਹੈ ਉਹਨੂੰ ਕਹਿੰਦੇ ਆ ਹਾਈਲਾਈਟ ਟਾਰਚ। ਇਹ ਸਾਡੀ ਜਿਹੜੀ ਰੈਫਰੀਜਰੈਂਟ ਹੈ, ਅਗਰ ਯੂਨਿਟ ਦੇ ਵਿੱਚੋਂ ਕਿਸੇ ਜਗ੍ਹਾ ਤੋਂ ਰੈਫਰੀਜਰੈਂਟ ਲੀਕ ਕਰ ਰਹੀ ਹੈ ਤੇ ਇਸ ਦੀ ਫਲੇਮ ਦੇ ਨਾਲ ਸਾਨੂੰ ਉਸਦੇ ਕਲਰ ਕੋਡ ਰਾਹੀਂ ਪਤਾ ਲੱਗ ਜਾਏਗਾ ਕਿ ਵੀ ਉਹ ਰੈਫਰੀਜਰੈਂਟ ਜਿਹੜੀ ਹੈ ਲੀਕ ਕਰ ਰਹੀ ਹੈ। ਹਾਈ ਪ੍ਰੈਸ਼ਰ ਗੇਜ, ਇਸ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਜਿਹੜੀ ਕਿ ਪ੍ਰੈਸ਼ਰ ਨੂੰ ਇੰਡੀਕੇਟ ਕਰੇ, ਜਿਹੜਾ ਕਿ ਹਾਈ ਹੋਵੇ, ਜ਼ਿਆਦਾ ਹੋਵੇ। ਇਹ 0 ਤੋਂ 300 ਤੋਂ ਲੈ ਕੇ 500 ਤੱਕ ਵੀ, 1500 ਤੱਕ ਵੀ ਇਹ ਪਾਉਂਡਸ ਪਰ ਸਕੁਅਰ ਇੰਚ ਜਾਂ ਕਿਲੋਗ੍ਰਾਮ ਪਰ ਸੈਂਟੀਮੀਟਰ ਸਕੁਅਰ ਦੇ ਵਿੱਚ ਬਕਾਇਦਾ ਪ੍ਰੋਵਾਈਡ ਹੁੰਦੀ ਹੈ, ਮਿਲਦੀ ਹੈ। ਸਾਡੇ ਰੈਫਰੀਜਰੇਟਰ ਦੇ ਵਿੱਚ 0 ਤੋਂ 300 ਪਾਉਂਡਸ ਪਰ ਸਕੁਅਰ ਇੰਚ ਤੱਕ ਜਿਹੜੀ ਗੇਜ ਹੈ ਉਹ ਕਾਫੀ ਹੈ। ਇਹ ਜਿਹੜੀਆਂ ਗੇਜ਼ਸ ਹੈ ਅੱਜ ਦੀ ਤਾਰੀਖ ਦੇ ਵਿੱਚ ਇਹ ਡਾਇਲ ਟਾਈਪ ਤੇ ਡਿਜੀਟਲ ਟਾਈਪ ਦੋਨੋਂ ਹੀ ਕੈਟਾਗਰੀਜ਼ ਦੇ ਵਿੱਚ ਬਕਾਇਦਾ ਮਾਰਕੀਟ ਦੇ ਵਿੱਚ ਮੌਜੂਦ ਨੇ। ਜਦੋਂ ਵੀ ਅਸੀਂ ਹਾਈ ਸਾਈਡ ਦਾ ਪ੍ਰੈਸ਼ਰ ਦੇਖਣਾ ਹੋਵੇ, ਵਿਚ ਵਨ ਇਜ਼ ਰਿਲੇਟਡ ਵਿਦ ਦਾ ਡਿਸਚਾਰਜ ਲਾਈਨ ਆਫ ਯੂਨਿਟ, ਜਿਹੜੀ ਡਿਸਚਾਰਜ ਲਾਈਨ ਹੈ ਉਸ ਸਾਈਡ ਦਾ ਜਦੋਂ ਅਸੀਂ ਕੋਈ ਪ੍ਰੈਸ਼ਰ ਵਾਚ ਕਰਨਾ ਹੋਵੇ, ਦੇਖਣਾ ਹੋਵੇ, ਤੇ ਇੱਦਾਂ ਦੇ ਮੌਕੇ ਦੇ ਉੱਤੇ ਸਾਨੂੰ ਹਾਈ ਪ੍ਰੈਸ਼ਰ ਗੇਜ ਦਾ ਜਿਹੜਾ ਹੈ ਉਹ ਸਹਾਰਾ ਲੈਣਾ ਪੈਂਦਾ ਹੈ। ਕੰਪਾਊਂਡ ਗੇਜ, ਜਿਵੇਂ ਹਾਈ ਪ੍ਰੈਸ਼ਰ ਗੇਜ ਹੈ ਉਸੇ ਤਰੀਕੇ ਨਾਲ ਜਿਹੜੀ ਕੰਪਾਊਂਡ ਗੇਜ ਹੈ, ਦੂਸਰੇ ਸ਼ਬਦਾਂ ਦੇ ਵਿੱਚ ਅਸੀਂ ਇਸ ਨੂੰ ਲੋ ਪ੍ਰੈਸ਼ਰ ਗੇਜ ਜਾਂ ਇਸ ਨੂੰ ਸਕਸ਼ਨ ਗੇਜ ਦੇ ਨਾਂ ਦੇ ਉੱਤੇ ਵੀ ਜਾਣਦੇ ਹਾਂ। ਜਿਹੜੀ ਸਕਸ਼ਨ ਗੇਜ ਹੈ ਇਹ ਜਿਵੇਂ ਹਾਈ ਪ੍ਰੈਸ਼ਰ ਗੇਜ 0 ਤੋਂ ਅਬਵ ਦੇ ਪ੍ਰੈਸ਼ਰ ਨੂੰ ਦਰਸਾਉਂਦੀ ਹੈ, ਉਸੇ ਤਰੀਕੇ ਨਾਲ ਜਿਹੜੀ ਲੋ ਪ੍ਰੈਸ਼ਰ ਗੇਜ ਹੈ ਇਹ 0 ਤੋਂ ਵੀ ਥੱਲੇ ਦਾ ਜਿਹੜਾ ਪ੍ਰੈਸ਼ਰ ਹੈ ਉਸ ਦੇ ਬਾਰੇ ਸਾਨੂੰ ਇੰਡੀਕੇਟ ਕਰਦੀ ਹੈ। ਜਿਹੜਾ 0 ਪ੍ਰੈਸ਼ਰ ਹੈ ਉਹ ਵੀ ਇੱਕ ਐਟਮੋਸਫੇਰਿਕ ਪ੍ਰੈਸ਼ਰ ਦੇ ਮੁਤਾਬਿਕ ਸਾਡੇ ਸਿਸਟਮ ਦੇ ਅੰਦਰ ਏਅਰ ਨੂੰ ਇੰਡੀਕੇਟ ਕਰਦਾ ਹੈ। ਉਸ ਜਗ੍ਹਾ ਦੇ ਉੱਤੇ ਇਟ ਮੀਨਸ ਏਅਰ ਹੈ, ਤੇ ਏਅਰ ਜਿਹੜੀ ਹੈ ਉਹ ਸਾਡੇ ਸਿਸਟਮ ਲਈ ਬਹੁਤ ਹੀ ਜ਼ਿਆਦਾ ਡੇਂਜਰਸ ਹੈ। ਸਾਡੇ ਪੂਰੇ ਸਿਸਟਮ ਦੇ ਵਿੱਚ ਅਗਰ ਏਅਰ ਦਾ ਇੱਕ ਕਣ ਵੀ ਰਹਿ ਜਾਵੇ ਤੇ ਸਾਡਾ ਜਿਹੜਾ ਪੂਰਾ ਦਾ ਪੂਰਾ ਸਿਸਟਮ, ਸਾਡੀ ਪੂਰੀ ਮਸ਼ੀਨਰੀ, ਸਾਡਾ ਪੂਰਾ ਇਕਵਿਪਮੈਂਟ ਜਿਹੜਾ ਹੈ ਪੂਰੀ ਤਰ੍ਹਾਂ ਡੈਮੇਜ ਹੋ ਸਕਦਾ ਹੈ, ਪੂਰੀ ਤਰ੍ਹਾਂ ਖਤਮ ਹੋ ਸਕਦਾ ਹੈ, ਤੇ ਈਵਨ ਦੈਨ ਉਹ ਇੱਕ ਪੈਸੇ ਦਾ ਵੀ ਕੰਮ ਨਹੀਂ ਕਰੇਗਾ। ਇਸ ਕਰਕੇ ਜਿਹੜੀ ਏਅਰ ਸਾਡੇ ਸਿਸਟਮ ਦੇ ਅੰਦਰ ਅਗਰ ਰਹਿ ਜਾਵੇ, ਉਹਦਾ ਇੱਕ ਕਣ ਵੀ ਅਗਰ ਰਹਿ ਜਾਵੇ, ਤੇ ਉਸ ਨੂੰ ਦੇਖਣ ਵਾਸਤੇ, ਉਸ ਨੂੰ ਵਾਚ ਕਰਨ ਵਾਸਤੇ ਅਸੀਂ ਕੰਪਾਊਂਡ ਗੇਜ ਦਾ ਇਸਤੇਮਾਲ ਕਰਦੇ ਹਾਂ। ਕੰਪਾਊਂਡ ਗੇਜ ਜਿਹੜੀ 0 ਤੋਂ ਵੀ -29 ਇੰਚ ਮਰਕਰੀ, ਜਿਹੜਾ ਕਿ ਵੈਕਿਊਮ ਦਾ ਯੂਨਿਟ ਹੈ, ਜਿਵੇਂ ਹਾਈ ਪ੍ਰੈਸ਼ਰ ਦਾ ਜਿਹੜਾ ਯੂਨਿਟ ਹੈ ਪਾਉਂਡਸ ਪਰ ਸਕੁਅਰ ਇੰਚ ਹੈ ਜਾਂ ਕਿਲੋਗ੍ਰਾਮ ਪਰ ਸੈਂਟੀਮੀਟਰ ਸਕੁਅਰ ਹੈ, ਉਸੇ ਤਰੀਕੇ ਨਾਲ
किसी भी सिस्टम नूं किसी भी यूनिट नूं वैक्यूम करन वास्ते और उसका वैक्यूम चैक करन वास्ते जिहड़ी विधि असी अडॉप्ट करते हैं, जिहड़ी विधि असी देखते हैं, वो कंपाउंड गेज दे नाल असी देखते हैं, जिहड़ी कि 0 तो थल्ले नूं -29 इंच मरकरी तक वो सानूं दसदी है कि साडा जिहड़ा पूरा सिस्टम है वो पूरी तरह फुली वैक्यूम है। उस तो बाद मैगर दे राहीं असी साडे जिहड़े कैपेसिटर है, चाहे वो रनिंग कैपेसिटर है, स्टार्टिंग कैपेसिटर है, उसकी कैपेसिटी नूं असी वॉच कर सकीए, देख सकीए किन्ने माइक्रोफैरड दा है, किन्ना उहदा टॉर्क है, उस चीज़ नूं जिहड़ी चीज़ वॉच कर सके, देख सके, दैट वन इज़ मैगर। उस तो इलावा फिलर गेज वो इंस्ट्रूमेंट है जिस दे राहीं साडे स्टेटर ते रोटर दे विचाले जिहड़ा गैप है, स्टेटर एंड रोटर दे जिहड़ा विचाले गैप है, क्या ओह सारे पासे राउंड शेप दे विच बिल्कुल एग्जैक्ट है, बिल्कुल क्या सही है। तो इस दे विच जिहड़ियां स्ट्रिप्स इस्तेमाल होंदियां, स्टील स्ट्रिप्स, उस दे राहीं असी नोट करते हैं, देखते हैं कि भी अगर ओह क्लीयर है, बराबर है, तो असी इस दे राहीं जस्टिफाई कर सकते हैं। वायर गेज अक्सर असी देखते हैं कि बाजार दे विच जाते हैं तो असी कहते हैं कि 329 की तार दे दिओ, 729 की तार दे दिओ, 7076 की तार दे दिओ। कि वट इज़ द एग्जैक्ट मीनिंग ऑफ 329, 729, 7076, 4046? 329 मीनस जिस दे विच 3 तारां है ते उस एक तार की जिहड़ी मोटाई है 29 गेज की है। कि अगर 729 है इट मीनस कि उस दे विच 7 कंडक्टर है, 7 तारां है, ते उस एक तार की जिहड़ी मोटाई है वो 29 गेज की है। 7076 का मतलब कि 70 तारां है, 76 गेज की उसकी मोटाई है। 4046 का मतलब 40 तारां है ते 46 उसकी मोटाई है। ते उस मोटाई नूं मेजर करन वास्ते जिस इंस्ट्रूमेंट का इस्तेमाल हुंदा है वो वायर गेज के नाम के उत्ते पहचानी जाती है। उस तो इलावा थर्मोमीटर, क्योंकि जिसदे राहीं असी तापमान नूं देख सकीए, जिसदे राहीं असी ये जान सकीए कि कितना टैंपरेचर जिहड़ा है वो साडे एटमोसफेयर दा, साडे सराउंडिंग एरिए दा, साडे उस कैबिनेट दा, साडे उस मशीन दा कोई भी जिहड़ा टैंपरेचर है जिस दे राहीं असी मेजर कर सकीए, दैट वन इज़ थर्मोमीटर। उस तो बाद साइक्रोमीटर, जिहड़ा साइक्रोमीटर है उस दे राहीं भी असी टैंपरेचर तो देख ही सकते हैं, लेकिन हवा दे विच कितनी नमी है, कितनी ह्यूमिडिटी दी मात्रा है, कितनी नमी है, उस नमी नूं जिहड़ा मेजर कर सके ड्राई बल्ब एंड वेट बल्ब थर्मोमीटर दी मदद दे नाल, दैट इज़ कॉल्ड साइक्रोमीटर। वर्नियर कैलीपर, जिहड़ा वर्नियर कैलीपर है इस दे विच 3 ही डिमेंशनां है, इस दे विच इनसाइड, आउटसाइड एंड डेप्थ, डूंघाई, तिन्नां नूं जिहड़ा दस सके उसनूं असी वर्नियर कैलीपर कहंदे हैं। नैक्सट वन इज़ स्केल, जिन्हों असी फुट्टा कह दिंदे हैं। मेजरिंग टेप, जिस दे नाल असी किसी चीज़ नूं मेजर करते हैं, जिहड़ी टेप 3 मीटर की भी है, 1 मीटर की भी है, उस तो इलावा भी है। वेइंग मशीन, जिहदे राहीं असी रैफ्रिजरेंट का वेट करके देख सकते हाँ कि किन्ने रैफ्रिजरेंट नूं असी चार्ज कर दिता है। ट्राई स्क्वेयर, जिहदे राहीं असी किसी भी प्लेट के सरफेस नूं पूरी तरह मेजर कर सकीए, देख सकीए, दैट वन इज़ ट्राई स्क्वेयर। सो ये कुछ चीज़ों के बारे मैं तुहाडे नाल दसियां, विच वन इज़ द रिलेटेड विद द इंस्ट्रूमेंट, टूल्स, इंस्ट्रूमेंट, ते उस तो बाद मैं दसना चाहांगा तुहानूं इक्विपमेंट। जिहड़े इक्विपमेंट्स है उहदे विच है
ਉਹ ਵੀ ਸਾਡੇ ਟੂਲਸ ਦੀ ਜਗ੍ਹਾ ਦੇ ਉੱਤੇ ਕੰਮ ਕੀਤੇ ਜਾਂਦੇ ਹੈ, ਇੰਸਟਰੂਮੈਂਟ ਦੀ ਜਗ੍ਹਾ ਦੇ ਉੱਤੇ ਕੰਮ ਕੀਤੇ ਜਾਂਦੇ ਹੈ। ਬਟ ਉਹ ਐਸੀਆਂ ਮਸ਼ੀਨਾਂ ਹੈ ਜਿਨ੍ਹਾਂ ਤੋਂ ਬਿਨਾਂ ਇਹ ਟੂਲ, ਇਹ ਇੰਸਟਰੂਮੈਂਟ ਅਧੂਰੇ ਹੈ। ਰੈਫਰੀਜਰੈਂਟ ਰਿਕਵਰੀ ਮਸ਼ੀਨ। ਰੈਫਰੀਜਰੈਂਟ ਰਿਕਵਰੀ ਮਸ਼ੀਨ ਦੀ ਜ਼ਰੂਰਤ ਉਸ ਵੇਲੇ ਆਉਣ ਪਈ ਸੀ ਜਦੋਂ ਸਾਡੀ ਜਿਹੜੀ ਰੈਫਰੀਜਰੈਂਟ 12 ਹੈ, ਜਿਸ ਦਾ ਬੇਸਿਕਲੀ ਕੈਮੀਕਲ ਫਾਰਮੂਲਾ ਹੈ CCl2F2, another word you can say also, chemical name is dichloro-difluoromethane। ਇਹ ਜਿਹੜੀ ਰੈਫਰੀਜਰੈਂਟ ਹੈ ਫੇਜ਼ ਆਊਟ ਕਰ ਦਿੱਤੀ ਗਈ ਹੈ ਕਿਉਂਕਿ ਰੈਫਰੀਜਰੈਂਟ ਹੈ ਉਹ ਸਾਡੀ ਓਜ਼ੋਨ ਲੇਅਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਰਹੀ ਸੀ। ਸਾਡੀ ਜਿਹੜੀ ਓਜ਼ੋਨ ਲੇਅਰ ਹੈ, ਜਿਹੜੀ ਕਿ ਅਲਟਰਾਵਾਇਲਟ ਰੇਜ਼ ਨੂੰ ਸਾਡੇ ਤੱਕ ਪਹੁੰਚਣ ਤੋਂ ਰੋਕਦੀ ਹੈ, ਉਹਨਾਂ ਰੇਜ਼ ਤੋਂ ਬਚਣ ਵਾਸਤੇ ਸਾਡੇ ਉੱਪਰ ਇੱਕ ਜਿਹੜੀ ਹੈ ਇੱਥੋਂ ਤੋਂ 46 ਕਿਲੋਮੀਟਰ ਦੂਰ ਇੱਕ ਓਜ਼ੋਨ ਲੇਅਰ ਹੈ। ਅਤੇ R12 ਰੈਫਰੀਜਰੈਂਟ ਜਿਸ ਦਾ ਮੈਂ ਜ਼ਿਕਰ ਕਰ ਰਿਹਾ ਹਾਂ, ਉਹ ਉਸ ਓਜ਼ੋਨ ਲੇਅਰ ਨੂੰ ਬਕਾਇਦਾ ਉਸ ਦੇ ਵਿੱਚ ਹੋਲ ਕਰ ਰਹੀ ਸੀ, ਉਸ ਨੂੰ ਖ਼ਤਮ ਕਰ ਰਹੀ ਸੀ। ਬਟ ਕਈ ਫਰਿੱਜਾਂ ਦੇ ਵਿੱਚ, ਕਈ ਮਸ਼ੀਨਾਂ ਦੇ ਵਿੱਚ, ਕਈ ਰੈਫਰੀਜਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਦੇ ਵਿੱਚ ਜਿਹੜੀ R12 ਰੈਫਰੀਜਰੈਂਟ ਹੈਗੀ ਸੀ, ਜਦੋਂ ਖਰਾਬ ਹੁੰਦੀ ਸੀ ਮਸ਼ੀਨ, ਜਾਂ ਅਸੀਂ ਉਸ ਦੀ ਜਗ੍ਹਾ ਦੇ ਉੱਤੇ HC ਜਾਂ CFC ਰੈਫਰੀਜਰੈਂਟ ਜਦੋਂ ਚਾਰਜ ਕਰਦੇ ਸੀ, ਅਤੇ ਉਹ ਜਿਹੜੀ ਰੈਫਰੀਜਰੈਂਟ ਹੈ ਉਹ ਬਾਹਰ ਨਿਕਲਦੀ ਸੀ। ਰੈਫਰੀਜਰੈਂਟ ਕਿਸੇ ਵੀ ਤਰੀਕੇ ਨਾਲ ਬਾਹਰ ਐਟਮੋਸਫੀਅਰ ਦੇ ਵਿੱਚ ਨਾ ਜਾਵੇ, ਇਸ ਕਰਕੇ ਉਸ ਦੇ ਵਾਸਤੇ ਜਿਸ ਚੀਜ਼ ਦਾ ਅਸੀਂ ਇਸਤੇਮਾਲ ਕੀਤਾ ਸੀ, ਜਿਸ ਚੀਜ਼ ਦਾ ਇਜਾਦ ਹੋਇਆ ਸੀਗਾ, ਦਾ ਨੇਮ ਆਫ ਦੈਟ ਇਕਵਿਪਮੈਂਟ ਇਜ਼ ਰੈਫਰੀਜਰੈਂਟ ਰਿਕਵਰੀ ਮਸ਼ੀਨ। ਉਸ ਤੋਂ ਬਾਅਦ ਗੇਜ ਮੈਨੀਫੋਲਡ ਵਿਦ ਗੇਜ਼ਸ। ਇਹ ਜਿਵੇਂ ਕਿ ਇਹਦੇ ਵਿੱਚ ਹਾਈ ਪ੍ਰੈਸ਼ਰ ਗੇਜ, ਕੰਪਾਊਂਡ ਗੇਜ ਅਤੇ ਇਹਦੀਆਂ ਜਿਹੜੀਆਂ ਚਾਰਜਿੰਗ ਲਾਈਨ ਹੈ, ਇਹ ਇਕੱਠਾ ਪੂਰਾ ਦਾ ਪੂਰਾ ਸਿਸਟਮ ਹੈ। ਅਗਰ ਇਹ ਵਿੱਚ ਲੱਗ ਜਾਂਦਾ ਹੈ ਅਤੇ ਇਹ ਗੇਜ ਮੈਨੀਫੋਲਡ ਵਿਦ ਗੇਜ਼ਸ ਹੋ ਜਾਏਗਾ। ਨੈਕਸਟ ਵਨ ਇਜ਼ ਇਲੈਕਟ੍ਰੋਨਿਕ ਲੀਕ ਡਿਟੈਕਟਰ, ਜਿਹਦੇ ਬਾਰੇ ਮੈਂ ਹਾਈਲਾਈਟ ਟਾਰਚ ਦੇ ਨਾਲ ਹੀ ਆਪ ਜੀ ਨਾਲ ਇਸ ਚੀਜ਼ ਦੇ ਬਾਰੇ ਚਰਚਾ ਕਰ ਚੁੱਕਿਆ ਹਾਂ। ਉਸ ਤੋਂ ਇਲਾਵਾ ਗੈਸ ਚਾਰਜਿੰਗ ਸਟੇਸ਼ਨ। ਅਸੀਂ ਜਦੋਂ ਕਿਸੇ ਰੈਫਰੀਜਰੇਸ਼ਨ ਏਅਰ ਕੰਡੀਸ਼ਨਿੰਗ ਸਿਸਟਮ ਦੇ ਵਿੱਚ ਰੈਫਰੀਜਰੈਂਟ ਚਾਰਜ ਕਰਦੇ ਹਾਂ ਅਤੇ ਉਸ ਦੇ ਲਈ ਇੱਕ ਬਕਾਇਦਾ ਸਿਸਟਮ ਹੈ ਕਿ ਕਿੰਨਾ ਵੇਟ ਰੈਫਰੀਜਰੈਂਟ ਦਾ ਹੋਣਾ ਚਾਹੀਦਾ ਹੈ। ਉਸ ਦੇ ਵਿੱਚ ਈਵਨ ਦੈਨ ਕਿਆ ਸਾਡੀ ਮਸ਼ੀਨ ਪੂਰੀ ਤਰ੍ਹਾਂ ਵੈਕਿਊਮ ਹੋ ਚੁੱਕੀ ਹੈ, ਕਿਆ ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲੀਕੇਜ ਤਾਂ ਨਹੀਂ, ਉਸ ਦੇ ਵਿੱਚ ਕੋਈ ਮੋਇਸਚਰ ਤਾਂ ਨਹੀਂ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਇੱਕ ਸਟੇਸ਼ਨ ਹੈ, ਦੈਟ ਵਨ ਇਜ਼ ਗੈਸ ਚਾਰਜਿੰਗ ਸਟੇਸ਼ਨ। ਸੋ ਟੁਡੇ ਅਸੀਂ ਅੱਜ ਜਿਹੜਾ ਡਿਸਕਸ ਕੀਤਾ ਹੈ, ਉਹ ਚਾਹੇ ਉਹ ਸੇਫਟੀ ਪ੍ਰੀਕਾਸ਼ਨਸ ਦੇ ਨਾਲ ਰਿਲੇਟਡ ਗੱਲ ਹੋਵੇ, ਚਾਹੇ ਟੂਲਸ ਦੇ ਨਾਲ ਗੱਲ ਹੋਵੇ, ਚਾਹੇ ਇੰਸਟਰੂਮੈਂਟ ਨਾਲ ਰਿਲੇਟਡ ਗੱਲ ਹੋਵੇ, ਜਾਂ ਇਕਵਿਪਮੈਂਟ ਬਾਰੇ ਡਿਸਕਸ ਹੋਵੇ। ਥੈਂਕ ਯੂ।